कॉलेज ने मिल के एक उपराला किया और सानू मौका मिले कि असी भाषा विभाग नाल रल के एक रूबरू प्रोग्राम करवा सके, उन्होंने शख्सियतां नूं तुहानूं मिला सके जिन्हां शख्सियतां दे बारे तुसीं न्यूज़पेपर विच पढ़दे हो, किताबां दे विच पढ़दे हो, मैगजीन्स विच पढ़दे हो और कदे ना कदे साडे मन विच इच्छा ये आउंदी है कि असीं इन्हां नूं फेस टू फेस देखिए, इन्हां नाल गल्लां बातां करिए, इन्हां नूं सुणीए। तुहाडा जो रूबरू कराउणा है श्री KL गर्ग जी, उन्हां बारे अज गल्लां बातां होणगीਆਂ। तुहाडे मन विच तुहाडे जहन विच आउण वाले जो भी प्रश्न ने तुसीं उन्हां बारे उन्हां दे नाल गल कर सकते हो, वो अपने बारे दसणगे। ते इस तो कि इस प्रोग्राम नूं शुरू करिए, हर प्रोग्राम नूं शुरू करन तो पहला उस विभाग दे नाल रिलेटेड वो एंथम जिहड़ा हैगा वो उहनूं सुणांगे। तन सुकागद कलम तन, तन पांडा तन मस, तन लिखारे नानका, जिन नाम लिखाया सच। तन लिखारी नानका, जिन नाम लिखाया सच, जिन नाम लिखाया सच। तन लिखारी नानका, आपे पट्टी कलम आप, ऊपर लेख भी तू, एको कहिए नानका, दूजा काहे को, दूजा काहे को। तन लिखारी नानका, तन लिखारी नानका, तन लिखारी, तन लिखारी, तन लिखारी, तन लिखारी। बहुत धन्यवाद शब्द। तन लिखारी नानका ये थीम है भाषा विभाग दा, ये थीम है और थीम तुसी एक रिक्वेस्ट के तौर पर भी सुने। बहुत बहुत धन्यवाद शब्द। मैं रिक्वेस्ट कराँगा डॉक्टर अजीतपाल जी नूं कि वो सब नूं जी आया कहन ते श्री KL गर्ग जी बारे अपने वालों डिटेल दे विच सानूं दस्सण। भाषा विभाग मोगा वालों DM कॉलेज मोगा के सहयोग नाल आयोजित अज दे इस रूबरू समागम विच विराजमान मुख मेहमान श्री KL गर्ग जी, श्रोमणी साहित्यकार सरदार बलदेव सिंह सटनामा जी, प्रोफैसर गुरप्रीत, वख-वख साहित्यक सभावां तो आए अहुदेदार ते नुमाइंदे, इस संस्था के समूह प्रोफैसर साहबान ते प्यारे विद्यार्थियों, अज बहुत ही विशेष मौके पर असीं इत्थे इकट्ठा होए हैं। असीं सारी किताबां पढ़ते हैं, किताबां दे विचों सानूं रस मिलता है, बहुत कुछ सीखण नूं मिलता है। एक चंगी किताब किसी पाठक की जिंदगी बदल के रख देती है, पर ये किताबां किवें जन्म लैंदियां, कित्थों उपजदियां ने,
ਕਈ ਵਾਰ ਸਾਡੇ ਮਨ 'ਚ ਸਵਾਲ ਆਉਂਦਾ ਹੈ। ਭਾਸ਼ਾ ਵਿਭਾਗ ਦਾ ਥੀਮ ਕਥਨ ਹੈ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਸੋ ਜਿਹੜਾ ਸਾਹਿਤਕਾਰ ਹੁੰਦਾ ਹੈ ਉਹਦੇ ਅੰਦਰ ਸੱਚ ਉਸਲ ਵੱਟੇ ਲੈ ਰਿਹਾ ਹੁੰਦਾ ਹੈ। ਉਸ ਸੱਚ ਦੇ ਪ੍ਰਕਾਸ਼ ਨੂੰ ਉਹ ਆਪਣੀ ਕਲਮ ਦੇ ਰਾਹੀਂ ਸਮਾਜ ਦੇ ਵਿੱਚ ਫੈਲਾਉਣਾ ਚਾਹੁੰਦਾ ਹੈ। ਉਹਦੀ ਉਸ ਤਾਂਘ ਦੇ ਵਿੱਚੋਂ, ਉਸ ਸੰਵੇਦਨਾ ਦੇ ਵਿੱਚੋਂ ਕਿਤਾਬ ਜਨਮ ਲੈਂਦੀ ਹੈ। ਉਹ ਸਾਨੂੰ, ਸਾਡੇ ਸਮਾਜ ਨੂੰ ਇੱਕ ਦਿਸ਼ਾ ਦਿੰਦਾ ਹੈ, ਸੋਚ ਦਾ ਪ੍ਰਸਾਰ ਕਰਦਾ ਹੈ, ਸਾਡੀ ਭਾਸ਼ਾ ਨੂੰ ਸੰਵਾਰਦਾ ਹੈ। ਜਿੱਥੇ ਕਿਤੇ ਸਮਾਜ ਦੇ ਵਿੱਚ ਕੋਹਜ ਹੈ ਉਹਦੀ ਨਿਸ਼ਾਨਦੇਹੀ ਕਰਦਾ ਹੈ। ਉਹਦਾ ਮਕਸਦ ਹੈ ਕਿ ਇਹ ਜਿਹੜਾ ਸਮਾਜ ਹੈ ਇੱਕ ਬਹੁਤ ਖੂਬਸੂਰਤ ਸਮਾਜ ਹੋਵੇ, ਜਿਹਦੇ ਵਿੱਚ ਕੋਈ ਐਸਾ ਕਾਰਨ ਨਾ ਹੋਵੇ ਹਿੰਸਾ ਲਈ, ਭੇਦਭਾਵ ਲਈ। ਇਸ ਤਰ੍ਹਾਂ ਦਾ ਸੁਪਨਾ ਲੈ ਕੇ ਉਹ ਚੱਲਦਾ ਹੈ ਔਰ ਆਪਣੇ ਸੁਪਨੇ ਦੌਰਾਨ ਸਾਨੂੰ ਕਿੰਨੀ ਤਰ੍ਹਾਂ ਦੀਆਂ ਰਚਨਾਵਾਂ ਸਾਨੂੰ ਦਿੰਦਾ ਹੈ ਔਰ ਅਸੀਂ ਬੈਠੇ ਬਿਠਾਏ ਉਹਦਾ ਲੁਤਫ ਲੈਂਦੇ ਹਾਂ, ਕਿੰਨਾ ਕੁਝ ਅਸੀਂ ਸਿੱਖਦੇ ਹਾਂ। ਸੋ ਅੱਜ ਦਾ ਇਹ ਸਮਾਗਮ ਸਾਹਿਤ ਸਿਰਜਣ ਪ੍ਰਕਿਰਿਆ ਨੂੰ ਸਮਰਪਿਤ ਹੈ। ਅਸੀਂ ਕਿਤਾਬਾਂ ਤਾਂ ਪੜ੍ਹਦੇ ਹਾਂ, ਪਰ ਜਿਹੜੇ ਲੋਕ ਕਿਤਾਬਾਂ ਲਿਖਦੇ ਆ ਉਹਨਾਂ ਨੂੰ ਮਿਲਣਾ ਵੀ ਬੜਾ ਜ਼ਰੂਰੀ ਹੁੰਦਾ ਹੈ। ਸਾਡੇ ਕੋਲ ਇੰਨੇ ਵੱਡੇ ਸਾਹਿਤਕਾਰ ਸਾਡੇ ਇਲਾਕੇ ਦੇ ਵਿੱਚ ਮੌਜੂਦ ਨੇ। ਮੋਗੇ ਸ਼ਹਿਰ ਦੀ ਜੇ ਗੱਲ ਕਰਨੀ ਹੋਵੇ ਤਾਂ ਸੰਸਾਰ ਦੇ ਵਿੱਚ ਜਿਨ੍ਹਾਂ ਚੰਦ ਕੁ ਸ਼ਖਸੀਅਤਾਂ ਕਾਰਨ ਮੋਗਾ ਸ਼ਹਿਰ ਦਾ ਨਾਮ ਹੈ, ਉਹਨਾਂ ਚੰਦ ਕੁ ਸ਼ਖਸੀਅਤਾਂ ਦੇ ਵਿੱਚ ਬਹੁਤ ਮਹੱਤਵਪੂਰਨ ਨਾਮ ਹੈ ਸ੍ਰੀ ਕੇ.ਐਲ. ਗਰਗ। 20 ਵਿਅੰਗ ਲੇਖ ਸੰਗ੍ਰਹਿ ਨੇ, 14 ਨਾਵਲ, 8 ਕਹਾਣੀ ਸੰਗ੍ਰਹਿ, 2 ਸਫ਼ਰਨਾਮੇ, 18 ਸੰਪਾਦਨ, 16 ਅਨੁਵਾਦ। ਇਹਨਾਂ ਦੀਆਂ ਕਹਾਣੀਆਂ ਉੱਪਰ ਫਿਲਮਾਂ ਬਣ ਚੁੱਕੀਆਂ ਨੇ, ਬਹੁਤ ਪ੍ਰਾਪਤੀਆਂ ਨੇ। ਇਨਾਮ ਸਨਮਾਨਾਂ ਦੀ ਗੱਲ ਕਰਨੀ ਹੋਵੇ ਤਾਂ ਲੜੀ ਬਹੁਤ ਲੰਬੀ ਹੈ। ਸੋ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਉਹ ਸਾਡੇ ਦਰਮਿਆਨ ਮੌਜੂਦ ਨੇ। ਔਰ ਦੇਖੋ, ਉਹਨਾਂ ਦੇ ਨਾਲ ਨਾਲ ਸਰਦਾਰ ਬਲਦੇਵ ਸਿੰਘ ਸੜਕਨਾਮਾ, ਸਾਡੇ ਸ਼੍ਰੋਮਣੀ ਸਾਹਿਤਕਾਰ, ਉਹ ਵੀ ਸਾਡੇ ਦਰਮਿਆਨ ਮੌਜੂਦ ਨੇ। ਪ੍ਰਧਾਨਗੀ ਕਰ ਰਹੇ ਨੇ ਸਾਡੇ ਸਮਾਗਮ ਦੀ। ਅੱਜ ਦੇ ਸਾਡੇ ਸਮਾਗਮ ਦਾ ਨਿਸ਼ਕਰਸ਼ ਕਰਨਗੇ। ਸੋ ਅੱਜ ਕੇ.ਐਲ. ਗਰਗ ਜੀ ਨਾਲ ਅਸੀਂ ਗੱਲਾਂ ਕਰਦੇ ਹਾਂ। ਇਹ ਜਿਹੜਾ ਮੁਕੰਮਲ ਜਿਹੜਾ ਸਾਡਾ ਸਮਾਗਮ ਹੈ ਉਹਨਾਂ ਨੂੰ ਸਮਰਪਿਤ ਹੈ। ਅਸੀਂ ਉਹਨਾਂ ਨੂੰ ਮੰਚ ਤੇ ਬੁਲਾਵਾਂਗੇ। ਉਹ ਆਪਣੀ ਜ਼ਿੰਦਗੀ ਦੇ ਮਿੱਠੇ ਕੌੜੇ ਤਜਰਬੇ ਸਾਡੇ ਨਾਲ ਸਾਂਝੇ ਕਰਨਗੇ। ਆਪਣੇ ਸਾਹਿਤਕ ਸਫ਼ਰ ਬਾਰੇ, ਆਪਣੇ ਜੀਵਨ ਦੇ ਸੰਘਰਸ਼ ਬਾਰੇ ਸਾਨੂੰ ਦੱਸਣਗੇ। ਔਰ ਉਸ ਤੋਂ ਬਾਅਦ ਜਿਹੜਾ ਵਿਸ਼ੇਸ਼ ਪੜਾਅ ਹੋਊਗਾ ਅੱਜ ਦੇ ਸਮਾਗਮ ਦਾ, ਉਹ ਹੋਊਗਾ ਇਹਨਾਂ ਨਾਲ ਗੱਲਬਾਤ ਦੇ ਵਿੱਚ ਅਸੀਂ ਸ਼ਾਮਲ ਹੋਣਾ ਹੈ। ਅਸੀਂ ਖੁੱਲ੍ਹ ਕੇ ਇਹਨਾਂ ਨੂੰ ਸਵਾਲ ਕਰਨੇ ਹੈ। ਪਿਆਰੇ ਬੱਚਿਓ, ਤੁਹਾਡੇ ਲਈ ਵਿਸ਼ੇਸ਼ ਤੌਰ ਤੇ ਇਹ ਬੜਾ ਅੱਛਾ ਮੌਕਾ ਹੈ। ਜ਼ਿੰਦਗੀ ਨਾਲ ਸੰਬੰਧਿਤ ਕੋਈ ਵੀ ਸਵਾਲ ਤੁਸੀਂ ਇਹਨਾਂ ਨੂੰ ਕਰੋਗੇ, ਤੁਹਾਨੂੰ ਜਵਾਬ ਮਿਲੂਗਾ। ਸੋ ਅੱਜ ਦੇ ਇਸ ਜੀਵਨ ਉਤਸਵ ਕਰੋ। ਅੱਜ ਦੇ ਇਸ ਜੀਵਨ ਉਤਸਵ ਵਿੱਚ ਖੁੱਲ੍ਹ ਕੇ ਵਿਚਰੋ, ਤੇਰਾ ਲੁਤਫ ਲਓ। ਇਹ ਜਿੰਨਾ ਕੁ ਸਮਾਂ ਹੈਗਾ ਇਹਨੂੰ ਆਪਾਂ ਸਫਲ ਕਰਨਾ, ਰਲ ਮਿਲ ਕੇ, ਤੇ ਗੱਲਬਾਤ ਨੂੰ ਆਪਾਂ ਜਾਰੀ ਰੱਖਣਾ। ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਵਿਦਿਆਰਥੀਆਂ ਦੀ ਗੱਲ ਕੀਤੀ ਔਰ ਕੇ.ਐਲ. ਗਰਗ ਜੀ ਬਾਰੇ ਸਾਨੂੰ ਦੱਸਿਆ ਕਿ ਅੱਜ ਦੇ ਇਸ ਪ੍ਰੋਗਰਾਮ ਨੂੰ ਅੱਗੇ ਵਧਾਈਏ, ਤੇ ਮੈਂ ਰਿਕੁਐਸਟ ਸ਼੍ਰੀ ਕੇ.ਐਲ. ਗਰਗ ਜੀ ਨੂੰ ਕਰਾਂਗਾ ਕਿ ਉਹ ਮਾਈਕ ਤੇ ਆਉਣ ਔਰ ਆਪਣੇ ਬਾਰੇ ਸਾਡੇ ਆਡੀਅנס ਨੂੰ, ਸਾਡੇ ਬੱਚਿਆਂ ਨੂੰ ਜ਼ਰੂਰ ਦੱਸਣ। ਸ਼੍ਰੀ ਕੇ.ਐਲ. ਗਰਗ ਜੀ। बहुत ही सत्कारयोग प्रिंसिपल एस.के. शर्मा जी, मेरे साथी बलदेव सिंह सड़कनामा, भाषा अफसर डॉक्टर अजीतपाल सिंह जी, लेखक दोस्तों गुरप्रीत जी, प्रोफैसर साहबान ते मेरे प्यारे प्यारे विद्यार्थियों, अज तुहाडे सामने कुछ गल्लां साझियां करन दा
ਮੈਨੂੰ BM ਕਾਲਜ ਨੇ ਤੇ ਭਾਸ਼ਾ ਸਾਹਿਬ ਨੇ ਮੌਕਾ ਦਿੱਤਾ। ਕਿਸੇ ਲੇਖਕ ਨੂੰ ਪੁੱਛਿਆ ਕਿਸੇ ਪਾਠਕ ਨੇ ਕਿ ਜੀ ਲੇਖਕ ਬਣਨ ਵਾਸਤੇ ਕੀ ਚਾਹੀਦਾ, ਤਾਂ ਉਹ ਲੇਖਕ ਕਹਿਣ ਲੱਗਾ ਕੁਛ ਨਹੀਂ ਚਾਹੀਦਾ। ਚਾਹੀਦਾ ਕੀ ਹੁੰਦਾ, 10 ਰੁਪਏ ਚਾਹੀਦੇ ਆ, 5 ਰੁਪਏ ਦਾ ਪੈਨ ਆ ਜਾਂਦਾ, 5 ਰੁਪਏ ਦੇ ਕਾਗਜ਼ ਆ ਜਾਂਦੇ ਆ, ਤੇ ਤੁਸੀਂ ਲਿਖਣਾ ਸ਼ੁਰੂ ਕਰ ਦਿਓ ਤੇ ਲੇਖਕ ਬਣ ਜਾਂਦੇ। ਮੈਂ ਸਮਝਦਾ ਇਹ ਗੱਲ ਉਹਨੇ ਨਾ ਕੋਈ ਬਹੁਤ ਲਾਈਟਲੀ ਜਾਂ ਮਜ਼ਾਕ ਚ ਕਹੀ ਹੋਣੀ, ਨਹੀਂ ਤੇ ਲੇਖਕ ਬਣਨ ਵਾਸਤੇ ਤੇ ਜਿਵੇਂ ਆਪਾਂ ਸੋਨੇ ਨੂੰ ਟਪਾਉਣੇ ਆ ਤੇ ਉਹ ਕੁੰਦਨ ਬਣਦਾ ਹੈ, ਇਸੇ ਤਰ੍ਹਾਂ ਜ਼ਿੰਦਗੀ ਦੇ ਕੌੜੇ ਮਿੱਠੇ ਅਨੁਭਵਾਂ ਚੋਂ ਜਦੋਂ ਸਿਰ ਤੋਂ ਹੀ ਲੰਘ ਜਾਂਦਾ ਨਾ ਅਨੁਭਵ, ਉਦੋਂ ਮੈਂ ਸਮਝਦਾ ਵੀ ਲੇਖਕ ਜਿਹੜਾ ਹੈਗਾ ਉਹ ਬਣਨ ਦੇ ਰਾਹ ਪੈਂਦਾ। ਇਹ ਵੀ ਹੈਗਾ ਕਿ ਕੋਈ ਲੇਖਕ ਪਿਤਾ ਪੁਰਖੀ ਵੀ ਹੁੰਦੇ ਨੇ, ਪਰ ਇਹ ਵੀ ਜ਼ਰੂਰੀ ਨਹੀਂ ਹੈ ਕਿ ਪਿਤਾ ਪੁਰਖੀ ਬੰਦੇ ਹੀ ਲੇਖਕ ਬਣ ਸਕਣ, ਕਿਉਂਕਿ ਤੁਹਾਡੇ ਸਾਹਮਣੇ ਪੰਜਾਬੀ ਦੀਆਂ ਕਿੰਨੀਆਂ ਉਦਾਹਰਨਾਂ ਨੇ। ਸੰਸਦ ਸੇਖੋਂ ਦਾ ਮੁੰਡਾ ਕੋਈ ਲੇਖਕ ਨਹੀਂ ਬਣ ਸਕਿਆ, ਜਸਵੰਤ ਸਿੰਘ ਕੰਵਲ ਇੰਟਰਨੈਸ਼ਨਲ ਪ੍ਰਸਿੱਧੀ ਦਾ ਬੰਦਾ, ਉਹਦਾ ਕੋਈ ਪੁੱਤ ਧੀ ਲੇਖਕ ਨਹੀਂ ਬਣ ਸਕਿਆ। ਈਵਨ ਬਲਵੰਤ ਗਾਰਗੀ, ਈਵਨ ਅਮਰਤਾ ਪ੍ਰੀਤਮ, ਡਾਕਟਰ ਹਰਭਜਨ ਸਿੰਘ, ਅਨੇਕਾਂ ਨਾਂ ਨੇ। ਹਾਂ, ਨਾਨਕ ਸਿੰਘ ਹੋਰੀ ਪ੍ਰਸਿੱਧ ਜਿਹੜੇ ਨਾਵਲਕਾਰ ਨੇ, ਉਹਨਾਂ ਦੇ ਕੁਝ ਬੱਚੇ ਲੇਖਕ ਬਣੇ ਨੇ, ਲੇਕਿਨ ਉਹ ਵੀ ਮੁੜਿਆਉਪਰ ਦੇ ਕੇ ਦਿੰਦੇ। ਸੋ ਇਹ ਜ਼ਰੂਰੀ ਨਹੀਂ ਕਿ ਪਿਤਾ ਪੁਰਖੀ ਇਹ ਦਾਤ ਹੋਵੇ ਵੀ ਬੰਦਾ ਲੇਖਕ ਬਣ ਸਕਦਾ, ਜਾਂ ਫਿਰ ਪੜ੍ਹਨ ਦੇ ਸਿਰ ਤੇ ਬਣ ਸਕਦਾ। ਇਹ ਵੀ ਜ਼ਰੂਰੀ ਨਹੀਂ ਵੀ ਸਾਰੇ ਪੜ੍ਹ ਲਿਖ ਕੇ ਲੇਖਕ ਬਣ ਸਕਦੇ ਹੋ। ਜੇ ਸਾਰੇ ਪੜ੍ਹੇ ਲਿਖੇ ਲੇਖਕ ਬਣਦੇ ਹੋਣ ਜਾਂ ਸਾਰੇ ਅਨੁਭਵ ਕੌੜੇ ਅਨੁਭਵ ਨਾਲ ਹੀ ਲੇਖਕ ਬਣਦੇ ਹੋਣ, ਇਹ ਵੀ ਜ਼ਰੂਰੀ ਨਹੀਂ ਹੈ। ਕਿਉਂਕਿ ਜੇ ਕੌੜਾ ਅਨੁਭਵ ਤੇ ਹਰ ਬੰਦੇ ਦੀ ਜ਼ਿੰਦਗੀ 'ਚ ਥੋੜੇ ਬਹੁਤ ਤੇ 2-4 ਅਨੁਭਵ ਤੇ ਇਹੋ ਜਿਹੇ ਹੁੰਦੇ ਹੀ ਨੇ ਜਿਹੜੇ ਵਿਕੋ ਲਿਖਰੇ ਹੁੰਦੇ ਨੇ, ਜਿਹੜੇ ਉਹਦੇ ਨਾਲ ਹੀ ਵਾਪਰੇ ਹੁੰਦੇ ਨੇ, ਤੇ ਉਹ ਲੇਖਕ ਜ਼ਰੂਰੀ ਨਹੀਂ ਵੀ ਉਹ ਬਣੇ। ਲੇਕਿਨ ਕੁਝ ਲੇਖਕ ਜਿਹੜੇ ਹੈਗੇ ਆ ਉਹ ਕੌੜੇ ਅਨੁਭਵ ਚੋਂ ਵੀ ਬਣ ਜਾਂਦੇ ਆ, ਕਈਆਂ ਨੂੰ ਕੌੜਾ ਅਨੁਭਵ ਹੋਇਆ ਨਹੀਂ ਹੁੰਦਾ ਤਾਂ ਵੀ ਲੇਖਕ ਬਣ ਜਾਂਦੇ ਆ। ਇਹ ਬੜਾ ਨਾ ਲੇਖਕ ਬਣਨ ਦਾ ਜਿਹੜਾ ਮੁਜੱਸਮਾ ਹੈ, ਇਹ ਬੜਾ ਵਿਚਿੱਤਰ ਹੈ। ਇਹਨੂੰ ਤੁਸੀਂ ਐਂ ਨਹੀਂ ਕਹਿ ਸਕਦੇ ਬਣ ਕੇ ਵੀ ਆਹ ਬੰਦਾ ਲੇਖਕ ਬਣ ਜਾਊਗਾ। ਹੁਣ ਮੈਨੂੰ ਇਹ ਪਤਾ ਹੀ ਨਹੀਂ ਸੀਗਾ ਕਿ ਵੀ ਮੈਂ 80-90 ਕਿਤਾਬਾਂ ਲਿਖ ਲੂੰਗਾ ਜਾਂ ਮੈਂ ਲੇਖਕ ਬਣ ਜਾਊਗਾ। ਮੈਨੂੰ ਤਾਂ ਇਹ ਹੁੰਦਾ ਸੀਗਾ ਵੀ ਸਾਡੀ ਦੁਕਾਨ ਚੱਲਦੀ ਰਹੇ, ਮੈਂ ਉੱਥੇ ਬੈਠਾ ਰਹੂੰਗਾ ਤੇ ਕੁਝ ਜਿਵੇਂ ਬਾਣੀਏ ਹੁੰਦੇ ਨੱਤੀਆਂ ਜਿਹੀਆਂ ਪਾ ਕੇ ਤੇ ਦੁਕਾਨ ਤੇ ਢਿੱਡ ਜਿਹਾ ਮੋਟਾ ਹੋ ਜਾਂਦਾ, ਖੁੱਲਾ ਜਿਹਾ ਪਜਾਮਾ ਪਾ ਕੇ ਤੇ ਦੁਕਾਨ ਤੇ ਸੌਦਾ ਤੋਲਦਾ ਰਹਿੰਦਾ ਬੰਦਾ। ਹੋਇਆ ਇਉਂ ਕਿ ਸਾਡੀ ਕਰਿਆਨੇ ਦੀ ਦੁਕਾਨ ਸੀ, ਵੱਡੀ ਅੱਛੀ ਦੁਕਾਨ ਸੀ ਸੈਂਟਰ 'ਚ, ਤੇ ਮੇਰੇ ਬਾਪ ਨੂੰ ਰਾਤੋਂ ਰਾਤ ਹੋਰ ਜ਼ਿਆਦਾ ਅਮੀਰ ਬਣਨ ਦਾ ਝੱਲ ਪੁੱਜ ਪਿਆ। ਮੈਂ ਝੱਲ ਹੀ ਕਹੂੰਗਾ ਕਿਉਂਕਿ ਉਹਦੇ ਸਾਡੀ ਸਾਰੀ ਜ਼ਿੰਦਗੀ ਜਿਹੜੀ ਹੈਗੀ ਹੈ ਉਸ ਡਿਫਰੈਂਸ ਨੂੰ, ਉਸ ਫਾਸਲੇ ਨੂੰ ਨਿਬੇੜਨ 'ਚ ਹੀ ਗੁਜ਼ਰ ਗਈ। ਉਹਨਾਂ ਨੇ ਸੱਟਾ ਕੀਤਾ ਜੀ ਬਹੁਤ ਵੱਡਾ, ਜਾਂ ਆਰ ਜਾਂ ਪਾਰ। ਪਾਰ ਤਾਂ ਕੀ ਹੋਣਾ ਸੀ, ਪਾਰ ਹੀ ਹੋ ਗਿਆ। ਮਤਲਬ ਅਸੀਂ ਰਾਤੋਂ ਰਾਤ ਮੱਖਣ ਜੀਨ ਦੀਆਂ ਨੀਕਰਾਂ ਪਾਉਣ ਵਾਲੇ ਨਿਆਣੇ, 5 ਭਰਾ ਸੀ ਅਸੀਂ, ਮੈਂ ਦੂਜੇ ਨੰਬਰ ਤੇ ਸੀਗਾ, ਤੇ ਮੱਖਣ ਜੀਨ ਦੀਆਂ ਨੀਕਰਾਂ ਤੇ ਵਧੀਆ ਚਿੱਟੇ ਕਮੀਜ਼ ਪਜਾਮੇ, ਸੋਹਣੇ ਸੁਨੱਖੇ ਮੁੰਡੇ। ਮੇਰੀ ਹੁਣ ਵੀ ਸ਼ਕਲ ਤੋਂ ਤੁਹਾਨੂੰ ਨਾਲਾ ਹੋਊਗੀ, ਬਚਪਨ 'ਚ ਵੀ ਮੈਂ ਕਿੰਨਾ ਸੋਹਣਾ ਹੁੰਦਾ ਹੋਊਗਾ। ਉਹ ਮੇਰੀ ਮਾਂ ਆਪਣੇ ਸੋਨੇ ਨੂੰ ਕੋਈ ਜਾਇਆ ਕਰੇ, ਮੇਰਾ 40 ਤੋਲਾ ਸੋਨਾ ਰੁੜ ਗਿਆ ਮੇਰਾ। ਉਹ ਅਸੀਂ ਕਿਹਾ ਸਾਡੀ ਜ਼ਿੰਦਗੀ ਰੁੜ ਗਈ, ਤੂੰ 40 ਤੋਲੇ ਸੋਨੇ ਨੂੰ ਕੋਈ ਜਾਈਏ। ਉਹਦੇ ਫਿਰ ਬਹੁਤ ਹੈਂਡ ਟੂ ਮਾਊਥ ਜ਼ਿੰਦਗੀ 5 ਭਰਾਵਾਂ ਦੀ, ਬਲਕਿ 2 ਜਿਹੜੇ ਵੱਡੇ ਹੁੰਦੇ ਨੇ ਨਾ, ਸਾਰਾ ਬੋਝ ਪਿਤਾ ਦਾ ਉਹਦੇ ਤੇ ਆ ਪੈਂਦਾ। ਉਹ ਪਿਓ ਵੀ ਹੁੰਦੇ ਆ, ਉਹ ਭਰਾ ਵੀ ਹੁੰਦੇ ਆ, ਤੇ ਉਹ ਸਾਰਾ ਕੁਝ ਹੀ ਹੁੰਦਾ। ਦੁਕਾਨ ਜਿਹੜੀ ਸੀਗੀ ਉਹ ਫੇਰ ਹੋ ਗਈ, ਹੌਲੀ ਹੌਲੀ ਸੌਦਾ ਮਿਲਣਾ ਹਟ ਗਿਆ, ਉਧਾਰ ਮਿਲਣਾ ਹਟ ਗਿਆ ਮਾਰਕੀਟ ਤੋਂ। ਫਿਰ ਇਹ ਦੇਖਿਆ ਕਿ ਵੀ ਚਲੋ ਕੋਈ ਬਹੁਤ ਸਸਤਾ ਜਿਹਾ ਕੰਮ ਕਰੋ ਜਿਹਦੇ ਨਾਲ ਰੋਟੀ ਪਾਣੀ ਚੱਲਦਾ ਰਹੇ। ਰੋਟੀ ਪਾਣੀ ਚੱਲਦਾ ਰਹੇ ਤੇ ਅਸੀਂ ਫਿਰ ਉਹ ਲੁਧਿਆਣਿਓਂ ਬਰਫ਼ ਦੇ ਟਰੱਕ ਆਉਂਦੇ ਹੁੰਦੇ ਸੀਗੇ ਏਰੀਏ 'ਚ, ਉਹ ਅਸੀਂ ਟਰੱਕ ਬਰਫ਼ ਦਾ ਡੀਪੂ ਲੈ ਲਿਆ। ਬਰਫ਼ ਦਾ ਡੀਪੂ ਫਿਰ ਇਹ ਹੁੰਦਾ ਸੀਗਾ ਵੀ ਸਵੇਰੇ 4 ਵਜੇ ਉਹ ਆ ਕੇ ਸਿੱਲੀਆਂ ਲਾ ਜਾਂਦੇ ਸੀਗੇ, ਪਿਓ ਦਾਦਾ ਤੇ ਅਸੀਂ ਦੋਨੋਂ ਭਰਾ।
ਅਸੀਂ ਫਿਰ ਉਹ ਬਰਫ ਢੋ ਢੁਆਈ ਚ ਲੱਗ ਜਾਣਾ। ਮੈਂ ਉਦੋਂ 6ਵੀਂ ਸੀਗਾ ਮੇਰਾ ਖਿਆਲ, ਤੇ ਉਹ ਰੇਹੜੀ ਜੀ ਚ ਬਰਫ ਰੱਖਣੀ, ਹਲਵਾਈਆਂ ਨੂੰ ਸਾਰੇ ਸ਼ਹਿਰ ਦੇ ਕਸਬੇ ਦੇ ਨੂੰ ਵੰਡ ਕੇ ਆਉਣੀ, ਰੱਖ ਕੇ ਆਉਣੀ ਹਨੇਰੇ ਸਵੇਰੇ। ਕਈ ਵਾਰੀ ਤਾਂ ਇਹ ਹੁੰਦਾ ਸੀ ਉਹ ਬਰਫ ਵਾਲੀ ਜਿਹੜੀ ਗੋਲੀ ਹੁੰਦੀ ਸੀ ਨਾ, ਠੰਡੀ ਠੰਡੀ ਹੁੰਦੀ ਸੀਗੀ, ਤੇ ਉਹਦੇ ਕੁੱਤੇ ਬੈਠੇ ਹੁੰਦੇ ਸੀ। ਜਦੋਂ ਮੈਂ ਬਰਫ ਰੱਖਣ ਲੱਗਣੀ ਉਹਨੇ ਤਾਂ ਉਹ ਕਈ ਵਾਰੀ ਤੇ ਮੈਂ ਪੜ੍ਹਦੇ ਪੜ੍ਹਦੇ ਬਚਿਆ। ਸੋ ਇਸ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਹੈਗੀ ਆ ਔਖੀ। ਅੱਛਾ, ਉਦੋਂ ਨਾ ਜਿਹੜੇ ਫੀਸ ਮਾਫ ਵਾਲੇ ਬੰਦੇ ਆ ਨਾ ਬੱਚੇ, ਉਹਨਾਂ ਨਾਲ ਟੀਚਰ ਦਾ ਵਿਵਹਾਰ ਇੰਨਾ ਭੈੜਾ ਹੁੰਦਾ ਸੀਗਾ। ਮੈਂ ਕਹਿੰਦਾ ਇੱਕ ਮੁਜਰਮ ਨਾਲ ਵੀ ਇੰਨਾ ਥਾਣੇਦਾਰ ਮਾੜਾ ਵਰਤਾਅ ਨਹੀਂ ਕਰਦਾ। ਚੰਗਾ ਕੱਪੜਾ ਨਹੀਂ ਤੁਹਾਨੂੰ ਪਾਉਣ ਦੇਣਾ, ਜੇ ਕਮੀਜ਼ ਕੋਈ ਤੁਸੀਂ ਚੰਗਾ ਨਵਾਂ ਪਾ ਕੇ ਕੋਈ ਮਾਮਾ ਮੂਮਾ ਦੇ ਗਿਆ ਜਾਂ ਕੋਈ ਮਾਸੀ ਨੇ ਸਵਾਦਾ ਜਾਂ ਕਿਸੇ ਨੇ ਸਵਾਦਾ, ਉਹ ਤੁਸੀਂ ਪਾ ਕੇ ਜਾਂਦੇ ਹੋ। ਇਹ ਕਿੱਥੋਂ ਆਇਆ, ਇਹ ਕਿਹਨੇ ਲਿਆਂਦਾ? ਉਹ ਜੀ ਮੇਰਾ ਮਾਮਾ ਦੇ ਗਿਆ ਜੀ। ਮਾਮਾ ਦਾ ਉਹ ਠੀਕ ਨਹੀਂ ਦੇ ਕੇ ਜਾਂਦਾ, ਮਤਲਬ ਇਹੋ ਜਿਹੀ ਗੱਲ। ਉਸ ਹਾਲਾਤ 'ਚ ਫਿਰ ਮੈਂ ਵਿਦਰੋਹ ਕੀਤਾ ਘਰਦਿਆਂ ਨੂੰ। ਮੈਂ ਕਿਹਾ ਵੀ ਮੈਂ ਪੜ੍ਹਨਾ ਨਹੀਂ ਤੇ ਫੀਸ ਮੈਂ ਮਾਫ ਨਹੀਂ ਕਰਾਂ, ਨਹੀਂ ਮੈਂ ਸਕੂਲ ਨਹੀਂ ਜਾਣਾ। ਉਹ ਕਹਿੰਦੇ ਵੀ ਅਸੀਂ ਤੇ ਫੀਸ ਦੇ ਨਹੀਂ ਸਕਦੇ, ਤੂੰ ਦੇ ਲਾ ਜਿਵੇਂ ਕਰ। ਮੈਂ ਫਿਰ ਇੱਕ ਬਾਇਓਮੀਡੀ ਦਾ ਕੱਢਿਆ ਕਿ ਮੈਂ ਉਦੋਂ ਨਾ ਇਹ ਪਲਾਸਟਿਕ ਦੇ ਲਿਫਾਫੇ ਨਹੀਂ ਚੱਲਦੇ ਹੁੰਦੇ, ਦੂਜੇ ਲਿਫਾਫੇ ਚੱਲਦੇ ਸੀਗੇ, ਕਾਪੀਆਂ ਕੂਪੀਆਂ ਦੇ, ਕਾਗਜ਼ਾਂ ਦੇ, ਅਖਬਾਰਾਂ ਦੇ। ਮੈਂ ਫਿਰ ਉਹ ਲਿਫਾਫੇ ਬਣਾ ਕੇ ਵੇਚਣੇ, ਰੱਦੀ ਲਿਆਉਣੀ, ਵੇਚਣੇ, ਆਪਣੀ ਫੀਸ, ਆਪਣੇ ਕੱਪੜੇ, ਆਪਣਾ। ਮੈਂ ਇੰਡੀਪੈਂਡੈਂਟ ਹੋ ਗਿਆ 6ਵੀਂ 'ਚ। 6ਵੀਂ 'ਚ ਮਤਲਬ ਮਾਂ ਪਿਓ ਦੇ ਹੁੰਦੇ ਹੋਏ ਅਸੀਂ ਯਤੀਮ ਸਮਝਦੇ ਸੀ ਆਪਣੇ ਆਪ, ਕਿਉਂ ਉਹਨਾਂ ਨੇ ਕਦੇ ਪੁੱਛਣਾ ਨਹੀਂ ਵੀ ਕਿੱਥੇ ਚੱਲੇ ਹੋ, ਕੀ। ਉਹਦੇ 'ਚ ਇਹ ਪੈਦਾ ਹੋਇਆ ਸਾਨੂੰ, ਮੈਨੂੰ ਖਾਸ ਕਰ, ਕਿ ਘੁੰਮਣ ਫਿਰਨ ਦਾ ਖੂਬ ਮੌਕਾ ਮਿਲ ਗਿਆ। ਘਰ ਦਾ ਕੋਈ ਪੁੱਛਦਾ ਹੀ ਨਹੀਂ ਕਿੱਧਰ ਗਿਆ, ਕਿੱਧਰ ਨਹੀਂ ਗਿਆ। ਮੰਗਲਵਾਰ ਨੂੰ ਇਉਂ ਕਰਨਾ ਵੀ ਮੰਦਰਾਂ ਚਲੇ ਜਾਣਾ ਤੇ ਬਦਾਨਾ ਤੇ ਬਦਾਨਾ ਛਕੀ ਜਾਣਾ। ਮੰਗਲਵਾਰ ਭੋਗ ਵੰਡਣ ਆਉਂਦੇ ਸੀਗੇ, ਕਿਸੇ ਨੇ ਬਰਫੀ ਖਵਾ ਦੇਣੀ, ਕਿਸੇ ਨੇ ਬਦਾਨਾ ਖਵਾ ਦੇਣਾ। ਉਹ ਮੁੜ ਕੇ ਸਾਰੇ ਚੂੜੇ ਕੱਢਣ ਲੱਗ ਜਾਣੇ ਜਦੋਂ ਜ਼ਿਆਦਾ ਖਾ ਲੈਣਾ। ਤੋ ਮਤਲਬ ਇਸ ਤਰ੍ਹਾਂ ਦਾ ਜੀਵਨ ਮੇਰਾ ਗੁਜ਼ਰਿਆ। ਇੱਕ ਮੇਰਾ ਵੱਡਾ ਭਰਾ ਹੈਗਾ, ਹੁਣ ਵੀ ਹੈਗਾ, ਉਹ ਕਹਿੰਦਾ ਮੈਂ ਪੜ੍ਹਨ ਨੂੰ ਠੀਕ ਸੀਗਾ। 10ਵੀਂ 'ਚੋਂ ਮੇਰੇ ਹਾਈ ਫਸਟ ਡਿਵੀਜ਼ਨ ਆ ਗਈ ਸੀ। ਤੇ ਇੱਕ ਟੀਚਰ ਮੈਨੂੰ ਮਿਲੇ, ਸੋਹਣ ਲਾਲ ਕਾਮਰੇਡ ਹੁੰਦੇ ਸੀ ਉਹ। ਉਹਨਾਂ ਨੇ ਸਾਡਾ ਸਕੂਲ ਜੁਆਇਨ ਕੀਤਾ। ਉਹਨੇ ਦੇਖਿਆ ਵੀ ਮੁੰਡਾ ਤੇ ਪੜ੍ਹਨ ਵਾਲਾ। ਹਾਂ, ਇੱਕ ਗੱਲ ਮੈਨੂੰ ਪਿੱਛੇ ਯਾਦ ਆ ਗਈ, ਉਦੋਂ ਅਰਜ਼ੀ ਲਿਖਣੀ ਪੈਂਦੀ ਸੀ ਫੀਸ ਮਾਫੀ ਦੀ। ਫੀਸ ਮਾਫੀ ਦੀ ਫਿਰ ਮੈਂ ਅਰਜ਼ੀ ਲਿਖੀ ਕਿ ਸ਼੍ਰੀਮਾਨ ਮੁੱਖ ਅਧਿਆਪਕ ਜੀ, ਮੇਰਾ ਬਜ਼ੁਰਗ, ਸਾਡਾ ਬਜ਼ੁਰਗ ਮਲੌਦ ਦੇ ਰਾਜੇ ਦਾ ਦੀਵਾਨ ਹੁੰਦਾ ਸੀ, ਪਰ ਹੁਣ ਸਾਡੀ ਹਾਲਤ ਬਹੁਤ ਮਾੜੀ ਹੋ ਗਈ ਹੈ। ਅਸੀਂ 8 ਜੀ ਕਰਦੇ ਹਾਂ, ਅਸੀਂ ਫੀਸ ਨਹੀਂ ਦੇ ਸਕਦੇ, ਸਾਡੀ ਫੀਸ ਮਾਫ ਕੀਤੀ ਜਾ। ਉਹ ਜਦੋਂ ਮੈਂ ਅਰਜ਼ੀ ਟੀਚਰ ਨੂੰ ਪੜ੍ਹਾਈ, ਉਹ ਦੇਖਦਾ ਇਹ ਕਿਹੜਾ ਪੜਾ ਸੀ ਤੁਹਾਡਾ? ਰਾਜੇ ਦਾ ਦੀਵਾਨ। ਅਸਲ 'ਚ ਗੱਲ ਇਹ ਸੀਗੀ ਕਿ ਸਾਡਾ ਪਿੱਛਾ ਸੀ ਰਾਮਪੁਰ ਮਲੌਦ ਦਾ, ਮਲੇਰ ਕੋਲੇ, ਉੱਥੋਂ ਉੱਤੇ ਦੀ ਧੂਰੀ ਆਏ ਸੀ। ਤੇ ਵਾਕਈ ਸਾਡਾ ਇੱਕ ਬਜ਼ੁਰਗ ਦੀਵਾਨ ਹੁੰਦਾ ਸੀ। ਧੂਰੀ ਆ ਕੇ ਸਾਡੀ ਤੇ ਹਾਲਤ ਮਾੜੀ ਹੋ ਗਈ। ਲੇਕਿਨ ਹੁਣ ਵੀ ਲੁਧਿਆਣੇ ਸਾਡੇ ਜਿਹੜੇ ਰਿਸ਼ਤੇਦਾਰ ਨੇ ਸ਼ਰੀਕੇ ਚੋਂ, ਉਹ ਦੀਵਾਨ ਉੱਤੇ ਹੈਗੇ ਆ ਧੂਰੀ ਲੁਧਿਆਣੇ। ਸੋ ਉਹਦੇ 'ਚ ਕੀ ਹੋਇਆ ਕਿ ਇੱਕ ਬਜ਼ੁਰਗ ਸਾਡਾ, ਮੇਰਾ ਬਾਬਾ, ਧੂਰੀਓਂ ਉੱਥੋਂ ਭੱਜ ਕੇ ਧੂਰੀ ਆ ਗਿਆ, ਘਰੋਂ ਭੱਜਿਆ। ਉਦੋਂ ਪੱਤੇ ਦੀ ਬਿਮਾਰੀ ਪਈ ਤੇ ਸਾਰਾ ਟੱਬਰ ਸਾਡਾ ਹਫ਼ਤੇ ਦੇ ਵਿੱਚ ਮਰ ਗਿਆ। ਐਵਰੀਬਾਡੀ ਡਾਈਡ ਐਕਸੈਪਟ ਮਾਈ ਫਾਦਰ। ਉਦੋਂ ਫਾਦਰ ਨੂੰ ਵੀ ਮਤਲਬ ਚੇਂਜ ਨਿਕਲੀ ਹੋਈ ਸੀ, ਬੁਰੀ ਹਾਲਤ ਸੀ ਉਹਦੀ, ਮਹੀਨੇ ਦਾ ਸੀਗਾ ਉਹ। ਤੇ ਮੇਰਾ ਬਾਬਾ ਚੁੱਕ ਲਿਆ ਤੇ ਉਹ ਬਚ ਗਿਆ। ਉਹਦਾ ਨਾਮ ਬਜਨਾ ਰਾਮ ਰੱਖਤਾ ਵੀ ਬਚ ਗਿਆ। ਸੋ ਇਹ ਸੀ ਜ਼ਿੰਦਗੀ ਜਿਹੜੀ ਮੈਂ ਗੁਜ਼ਾਰੀ। ਲੇਕਿਨ ਫਾਕਾ ਮਸਤੀ ਔਰ ਪੜ੍ਹਨ ਦੀ ਲਿਵ ਲੱਗੀ ਹੁੰਦੀ ਸੀਗੀ।
ਉਦੋਂ ਵੀ ਅਸੀਂ ਇਹ ਨਾ RSS ਵਾਲੇ ਜਨਸੰਘ ਵਾਲਿਆਂ ਦਾ ਥੋੜ੍ਹਾ ਜਿਹਾ ਰੋਲ ਚੰਗਾ ਵੀ ਰਿਹਾ। ਚੰਗਾ ਇਹ ਕਿ ਇਹਨਾਂ ਨੇ ਸਕੂਲ ਸ਼ਹਿਰ 'ਚ ਛੋਟੀਆਂ ਮੋਟੀਆਂ ਸਾਧਨਾਂ ਨਾ ਲਾਇਬ੍ਰੇਰੀਆਂ ਖੋਲ੍ਹੀਆਂ ਹੋਈਆਂ ਸੀਗੀਆਂ। ਭਾਵੇਂ ਕਿਤਾਬਾਂ ਦੇ ਵਿੱਚ ਕਾਇਦੇ ਨਹੀਂ ਮਿਲਦੇ ਹੁੰਦੇ ਸੀਗੇ, ਝਾਂਸੀ ਕੀ ਰਾਣੀ, ਸ਼ਿਵਾਜੀ ਮਰਾਠਾ, ਰਾਣਾ ਪ੍ਰਤਾਪ, ਇਹੋ ਜਿਹੇ ਛੋਟੇ ਛੋਟੇ ਕਾਇਦੇ ਜਿਹੇ ਮਿਲਦੇ ਸੀ। ਉਹ ਅਸੀਂ ਉੱਥੋਂ ਸ਼ਾਮ ਨੂੰ 8 ਵਜੇ ਦੁਕਾਨ ਬੰਦ ਕਰਕੇ ਉਹਨਾਂ ਨੇ ਲਾਇਬ੍ਰੇਰੀ ਖੋਲ੍ਹਣੀ ਤੇ ਅਸੀਂ ਉੱਥੋਂ ਕਿਤਾਬਾਂ ਲੈ ਕੇ ਪੜ੍ਹਨੀ। ਤੇ 10ਵੀਂ ਜਦੋਂ ਮੈਂ ਕਰ ਲਈ ਤੇ ਮੇਰਾ ਭਰਾ ਬਹੁਤ ਜੋਸ਼ ਸੀਗਾ ਵੀ ਇਹ ਮੁੰਡਾ ਪੜ੍ਹਨ ਵਾਲਾ ਤੇ ਮੈਂ ਆਪਣੇ ਭਰਾ ਨੂੰ ਜ਼ਰੂਰ ਪੜ੍ਹਾਊਂ। ਉਹ ਕਹਿੰਦਾ ਤੂੰ ਫਿਕਰ ਨਾ ਕਰ, ਪੜ੍ਹ, ਤੂੰ ਜਿੰਨਾ ਪੜ੍ਹ ਸਕਦਾ ਮੈਂ ਪੜ੍ਹਾਊਂਗਾ। ਮੈਂ ਕਿਹਾ ਠੀਕ। ਜਦੋਂ ਮੈਂ ਕਾਲਜ ਮਲੇਰਕੋਟਲੇ ਦਾਖਲ ਹੋ ਗਿਆ ਸਾਇੰਸ ਨਾਲ, ਮੈਂ FA ਹਾਈ ਸੈਕੰਡ ਡਿਵੀਜ਼ਨ 'ਚ ਕਰ ਲਈ ਪਾਸ। ਫਿਜ਼ਿਕਸ, ਕੈਮਿਸਟਰੀ, ਮੈਥ ਇਹ ਉਹ ਸਾਰਾ ਪੜ੍ਹਿਆ। ਬਾਈ ਚਾਂਸ ਉਹਦਾ ਵਿਆਹ ਹੋ ਗਿਆ 11ਵੀਂ ਜਦੋਂ ਮੈਂ +2 ਕੀਤੀ ਤੇ ਮੇਰੇ ਭਰਾ ਦਾ ਵਿਆਹ ਕਹਿੰਦਾ ਵੀ ਹੁਣ ਮੇਰੀ ਗੱਲ ਸਰ ਮੈਂ ਹੁਣ ਤੇਰਾ ਕੁਝ ਨਹੀਂ ਕਰ ਸਕਦਾ, ਹੁਣ ਮੇਰੀ ਘਰ ਵਾਲੀ ਆ ਗਈ ਹੈ ਤੇ ਮੈਂ ਇਹ ਵੀ ਤੇਰੀ ਪਾਸ ਕਰਨੀ। ਚਲੋ ਮੈਂ ਕਿਹਾ ਕੋਈ ਗੱਲ ਨਹੀਂ। ਬਾਈ ਕਿਉਂਕਿ ਮੇਰੇ ਨੰਬਰ ਚੰਗੇ ਸੀਗੇ ਤੇ ਮੈਂ ਬਿਜਲੀ ਮਹਿਕਮੇ 'ਚ ਇੰਪਲਾਇਮੈਂਟ ਐਕਸਚੇਂਜ ਨਾਂ ਦਰਜ ਕਰਾਇਆ ਤੇ ਆਪਣਾ ਮੈਨੂੰ ਬਾਈ ਚਾਂਸ ਉਦੋਂ ਹੀ 2-4 ਦਿਨਾਂ ਦੀ ਨੌਕਰੀ ਮਿਲ ਗਈ ਕਿ ਮੈਨੂੰ 100 ਰੁਪਇਆ ਮਹੀਨਾ ਤਨਖਾਹ ਮਿਲਣ ਲੱਗ ਗਈ। 100 ਰੁਪਇਆ ਉਹਨਾਂ ਦਿਨਾਂ 'ਚ ਬਹੁਤ ਵੱਡੀ ਚੀਜ਼ ਹੁੰਦੀ। ਤੇ ਪਹਿਲੀ ਵਾਰੀ ਜਦੋਂ ਤਨਖਾਹ ਮਿਲੀ ਨਾ ਮੈਨੂੰ ਕਹਿੰਦਾ ਕੈਸ਼ ਨਗਦ ਮਿਲਦੀ ਹੁੰਦੀ ਸੀ। ਉਹ ਮੈਨੂੰ ਕਹਿੰਦਾ ਵੀ ਸਪੈਸ਼ਲ ਸਾਹਿਬ ਕੈਸ਼ ਜਿਹੇ ਨੋਟ ਚਾਹੀਦੇ ਆ। ਮੈਂ ਜੀ ਤੁਹਾਨੂੰ 100 ਦਾ ਨੋਟ ਦਿਖਾਊਗਾ ਨਾ ਕੈਸ਼ ਆ। ਉਹ 100 ਦਾ ਨੋਟ ਲੈ ਕੇ ਮੈਂ ਬਹੁਤ ਛਾਤੀ ਜਿਹੀ ਨਾਲ ਲਾਇਆ, ਜੇਬ 'ਚ ਪਾ ਕੇ ਦੇਖਿਆ ਤੇ ਥੋੜ੍ਹੀ ਜਿਹੀ ਹਿੰਮਤ ਜਿਹੀ ਹੋਈ। ਫਿਰ ਮੈਂ ਕਿਹਾ ਵੀ ਮੈਨੂੰ ਨਾ ਇੱਕ ਦੀ ਕਾਪੀ ਦੇ ਦਿਓ 100 ਦੀ। ਉਹ ਮੈਂ ਜਿਹੜੀ ਰੇਹੜੀ ਤੇ ਖੜਾ ਕਰਾਂ ਐਂ ਨੋਟ ਪਾਇਆ ਕਰਾਂ, ਉਹਨੂੰ ਫੜਾਇਆ ਕਰਾਂ, ਆਹ ਸਹੀ ਮੈਨੂੰ ਦੋ ਆਨੇ ਦੀ ਮੂੰਗਫਲੀ, ਆਹ ਸਹੀ ਮੈਨੂੰ ਗਲੇਰੀਆਂ, ਆਹ ਸਹੀ ਹੈ। ਉਹ ਮੈਂ ਜੀ ਮਹੀਨਾ ਉਹ ਗੱਡੀ ਨਾਲ ਹੀ ਖੇਡਦਾ ਰਿਹਾ। ਇਹ ਇੱਕ ਮਾੜੇ ਬੰਦੇ ਦੀ ਜ਼ਹਿਨੀਅਤ ਹੁੰਦੀ ਹੈ ਵੀ ਕਿਸ ਤਰ੍ਹਾਂ ਖੁਸ਼ ਹੋਇਆ ਜਾ ਸਕਦਾ, ਕਿਸ ਤਰ੍ਹਾਂ ਖੁਸ਼ ਰਿਹਾ ਜਾ ਸਕਦਾ। ਸੋ ਖੈਰ ਚਲੋ ਮੈਂ ਉਹ ਮੇਰੀ ਪੜ੍ਹਾਈ ਮੈਂ ਪੂਰੀ ਕੀਤੀ, ਨੌਕਰੀ ਕਰਕੇ BA ਕੀਤੀ। BA ਕਰਕੇ ਫਿਰ ਮੈਂ ਇੱਥੋਂ ਹੀ B.Ed ਕਰ ਲਈ, ਟੀਚਰ ਲੱਗ ਗਿਆ। ਇਹ ਮੇਰਾ ਜੀਵਨ ਹੈ ਸਾਰਾ। ਅੱਛਾ, ਲਿਖਣ ਦਾ ਸਿਲਸਿਲਾ ਇਹ ਹੋਇਆ ਕਿ ਮੈਂ ਪਹਿਲਾਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਸਭ ਤੋਂ ਪਹਿਲੀ ਕਹਾਣੀ ਮੈਂ ਬਦਲ ਦਾ ਦ੍ਰਿਸ਼ਟੀਕੋਣ ਦੀ, ਉਹਦੇ ਤੇ ਇੱਕ ਫਿਲਮ ਵੀ ਬਣੀ, ਦੂਰਦਰਸ਼ਨ ਜਲੰਧਰ ਵਾਲਿਆਂ ਨੇ ਬਣਾਈ ਸੀ। ਉਹਦਾ ਨਾਮ ਸੀਗਾ ਰੱਬ ਝੂਠ ਨਾ ਬੁਲਾਵੇ। ਉਹ ਬਹੁਤ ਪਾਸੇ ਮਜ਼ਾਕ ਵਾਲੀ ਸੀਗੀ। ਕਹਾਣੀ ਛੋਟੀ ਜਿਹੀ ਇੰਝ ਸੀਗੀ ਕਿ ਉਹ ਦੀਵਾਨ ਲੁਧਿਆਣੇ ਵਾਲੇ, ਉਹ ਆਪਣਾ ਮੁੰਡਾ ਸਾਡੇ ਵਿਆਹੁਣ ਆਇਆ ਸਾਡੇ ਗੁਆਂਢ, ਤੇ ਮੇਰੇ ਬਾਪੂ ਨੂੰ ਤਾਂ ਚਾਅ ਚੜ੍ਹ ਗਿਆ ਵੀ ਸਾਡਾ ਸ਼ਰੀਕੇ 'ਚ ਬੰਦਾ ਆਇਆ ਤੇ ਉਹ ਸਾਨੂੰ ਬੁਲਾਊਗਾ ਹੀ। ਅਤੇ ਐਡੇ ਵੱਡੇ ਘਰ ਢੁਕਣਾ ਉਹਨੇ। ਜਵਾਬ ਅਸੀਂ ਤਾਂ ਪੰਜੇ ਦੇ ਪੰਜੇ ਖੋਜੋਈ ਕਰੀਏ ਵੀ ਅੱਜ ਉੱਥੇ ਬਰਫੀ ਖਾਵਾਂਗੇ, ਉੱਥੇ ਗੁਲਾਬ ਜਾਮਣਾ ਖਾਵਾਂਗੇ, ਉੱਥੇ ਰਸਗੁੱਲੇ ਖਾਵਾਂਗੇ, ਉੱਥੇ ਅਸੀਂ ਦੱਬ ਕੇ ਖਾਵਾਂਗੇ, ਉੱਥੇ ਅਸੀਂ ਆਈਸਕ੍ਰੀਮ ਖਾਵਾਂਗੇ, ਉਹਦੇ ਵਿੱਚ ਲਾਲ ਜਾਂਦਾ ਉਹ ਖਾਵਾਂਗੇ। ਤੋ ਅਸੀਂ ਉਡੀਕਦੇ ਰਹੇ ਵੀ ਆਊਗਾ, ਸਾਨੂੰ ਬੁਲਾਊਗਾ, ਆਊਗਾ, ਇੱਜ਼ਤ ਮਾਣ ਹੋਊਗੀ। ਕੱਪੜੇ ਕੁੱਪੜੇ ਵੀ ਅਸੀਂ ਨਵੇਂ ਟੁੱਟੇ ਭੱਜੇ ਜੇ ਪ੍ਰੈਸ ਪ੍ਰੂਸ ਕਰਕੇ ਪਾ ਲਏ ਤੇ ਚਾਦਰਾਂ ਚੂਦਰਾਂ ਵੀ ਬਦਲਦੀਆਂ ਘਰ ਦੀਆਂ ਵੀ ਆਇਆ ਹੀ ਲਓ। ਪਰ ਉਹ ਆਇਆ ਨਾ। ਜਿਹੜੇ ਹੁਣ ਸਾਡੇ ਘਰ ਦੇ ਸਾਰੇ ਜੀ ਇਹ ਕਹਿੰਦੇ ਹੁੰਦੇ ਸੀ ਵੀ ਬਹੁਤ ਵੱਡਾ ਰਿਸ਼ਤੇਦਾਰ ਆ ਸਾਡਾ ਫਲਾਣਾ ਰਿਸ਼ਤੇਦਾਰ ਹੈ, ਸਾਡਾ ਜੀ ਆਏ ਆ ਉਹ ਲੁਧਿਆਣੇ 'ਚ ਉਹਦਾ ਬਹੁਤ ਵੱਡਾ ਕਾਰੋਬਾਰ ਹੈ। ਫਿਰ ਅਸੀਂ ਉੱਥੇ ਪਾਸੇ ਤੁਰ ਪਏ। ਸਾਡੀ ਮਾਂ ਕਹਿਣ ਲੱਗੀ ਗਵਾਂਢਣ ਨੂੰ, ਬਹੁਤ ਰਿਸ਼ਤੇਦਾਰ ਹੈ। ਉਹ ਕਹਿੰਦੇ ਇਹਨੇ ਤਾਂ 10,000 ਦਾ ਸਕੂਟੀ ਪਾਇਆ ਹੋਣਾ ਕਰਾਉਣੇ ਨੇ, ਕਦੀ 10,000 ਉਹ ਦੁਆਰਾ ਕੱਢ ਕੇ ਨਿਕਲੇ ਸੀ ਪਿੰਡੋਂ ਦਾ। ਉਹ ਕਹਿੰਦੇ ਵੀ ਮੁੰਡਾ ਸੋਹਣਾ ਤੇ ਬਹੁਤ ਹੈ, ਸਾਨੂੰ ਪਤਾ ਨਾ ਅਸੀਂ ਰਿਸ਼ਤੇਦਾਰ ਉਹਨਾਂ ਦੇ ਅਸੀਂ ਨਕਸ਼ ਚ ਨੁਕਸਾ ਥੋੜਾ ਜਿਹਾ।
ਕੇ ਤੁਰਦਾ, ਕਦੇ ਦੀਦਾ ਤਾਂ ਹੈ ਨਹੀਂ ਸੀ, ਕਦੇ ਸਾਨੂੰ ਪਤਾ ਨਾ ਅਸੀਂ ਰਿਸ਼ਤੇਦਾਰ ਹੁੰਦਾ। ਸੋ ਇਹ ਕਹਾਣੀ ਸੀ ਉਹ। ਤੇ ਮੈਂ ਮੁੰਡਾ ਜਿਹੜਾ ਡੀਕਦਾ ਸੀ ਵੀ ਆਈਸਕ੍ਰੀਮ ਖਾਵਾਂਗੇ, ਫਲਾਣਾ ਕਰਾਂਗੇ, ਆਹ ਕਰਾਂਗੇ। ਅਸੀਂ ਸਕੂਲ ਜਾ ਰਹੇ ਹਾਂ ਤਾਂ ਉੱਤੇ ਦੁਨੀਆ 'ਚ ਮੂੰਹ ਮਾਰ ਰਹੇ ਹੈ। ਤੇ ਮੇਰਾ ਸਾਥੀ ਕਹਿੰਦਾ ਦੇਖੋ ਯਾਰ ਕਿੰਨੀ ਵਧੀਆ ਬਰਾਤ ਸੀਗੀ। ਮੈਂ ਕਿਹਾ ਇਹ ਕਿਹੜੀ ਬਰਾਤ ਸੀ ਯਾਰ, ਇਹਦੇ ਨਾਲ ਤਾਂ ਜਗਲੇ ਨਾਈ ਦੀ ਟੁੱਟੀ ਹੋਈ ਬਰਾਤ ਚੰਗੀ ਸੀ ਜਿਹਦੇ ਤੇ 30.5 ਦੇ ਟੁੱਟੇ ਸੀਗੇ। ਇਹ ਕਹਾਣੀ ਸੀ ਉਹ ਬਦਲਦਾ ਦ੍ਰਿਸ਼ਟੀਕੋਣ। ਹੌਲੀ ਹੌਲੀ ਫਿਰ ਮੈਂ 6-7 ਕਿਤਾਬਾਂ ਕਹਾਣੀਆਂ ਦੀਆਂ ਲਿਖੀਆਂ। ਫਿਰ ਮੈਂ ਅਮਰ ਬਲਦੇਵ ਸਿੰਘ ਹੋਰਾਂ ਨੂੰ ਪਤਾ ਹੈ, ਅਮਰਤਾ ਪ੍ਰੀਤਮ ਹੋਰਾਂ ਦੇ ਕੰਟੈਕਟ 'ਚ ਸੀ ਆਏ। ਉਦੋਂ ਇੱਕ ਮੈਗਜ਼ੀਨ ਨਾਗਮਣੀ ਨਾਂ ਦਾ ਇੱਕ ਮੈਗਜ਼ੀਨ ਕੱਢਦੇ ਹੁੰਦੇ ਸੀਗੇ। ਔਰ ਉਦੋਂ ਇਹ ਸਮਝਿਆ ਜਾਂਦਾ ਸੀਗਾ ਵੀ ਜਿਹੜਾ ਨਾਗਮਣੀ ਛਪ ਗਿਆ ਨਾ ਉਹਦੇ ਤੇ ਚੰਗੇ ਲੇਖਕ ਹੋਣ ਦਾ ਠੱਪਾ ਲੱਗ ਗਿਆ। ਤੇ ਸਾਡੀ ਇਹ ਬੜੀ ਇੱਛਾ ਹੁੰਦੀ ਸੀ ਵੀ ਨਾਗਮਣੀ ਛਪੀਏ ਕਿਸੇ ਤਰ੍ਹਾਂ, ਨਾਗਮਣੀ ਛਪੀਏ ਕਿਸੇ ਤਰ੍ਹਾਂ। ਸੋ ਉਹਦੇ 'ਚ ਫਿਰ ਅਸੀਂ ਨਾਗਮਣੀ ਉਹਨਾਂ ਨੇ ਅਮਰਤਾ ਉਹਨਾਂ ਨੇ ਸਾਨੂੰ ਇੰਨੀ ਹੱਲਾਸ਼ੇਰੀ ਦਿੱਤੀ ਕਿ ਉਹਨਾਂ ਨੇ ਮੇਰੇ ਤੋਂ 4-5 ਬਹੁਤ ਵਧੀਆ ਕਹਾਣੀਆਂ, ਜਿਹਨਾਂ ਨੂੰ ਅੱਛੀਆਂ ਕਹਾਣੀਆਂ ਕਿਹਾ ਜਾ ਸਕਦਾ, ਉਹ ਲਿਖਵਾਈਆਂ। ਉਹਦੇ 'ਚ ਮੋਹ ਭੰਗ, ਰਣਜੀਨਾ ਪਤੀ ਪਤੰਗ, ਸ਼ਹੀਦ, ਇਸ ਤਰ੍ਹਾਂ ਦੀਆਂ। ਸ਼ਹੀਦ 'ਤੇ ਤਾਂ ਫਿਰ ਉਹਨਾਂ ਨੇ ਮੈਨੂੰ ਨਾਗਮਣੀ ਅਵਾਰਡ ਵੀ ਦਿੱਤਾ। ਔਰ ਉਸ ਬਾਰੇ ਪਾਰਲੀਮੈਂਟ 'ਚ ਵੀ ਜਦੋਂ ਰਾਜ ਸਭਾ ਦੇ ਮੈਂਬਰ ਸੀਗੇ ਉਹਦਾ ਜ਼ਿਕਰ ਕੀਤਾ। ਇਸ ਤਰ੍ਹਾਂ ਕਹਾਣੀਆਂ ਤੋਂ ਬਾਅਦ ਫਿਰ ਜਦੋਂ ਇਹ ਦੇਖਿਆ ਕਿ ਕੁਝ ਜਜ਼ਬੇ ਐਸੇ ਨੇ, ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਕਹਾਣੀ 'ਚ ਨਹੀਂ ਸਮਾਉਂਦੀਆਂ, ਫਿਰ ਮੈਂ ਨਾਵਲ ਵੱਲ ਥੋੜ੍ਹਾ ਹੋਇਆ। ਨਾਵਲ ਫਿਰ ਤਲਾਸ਼, ਧਾਰਾਂ ਵਾਲਾ ਪੁੱਲ, ਆਖਰੀ ਪੱਤਾ, ਇਸ ਤਰ੍ਹਾਂ ਦੇ ਨਾਵਲ। ਇੱਕ ਫਿਰ ਸਭ ਤੋਂ ਪਹਿਲੀ ਪ੍ਰਥਾ ਜਿਹੜੀ ਹੈਗੀ ਹੈ ਵਿਅੰਗ ਨਾਵਲ ਲਿਖਣ ਦੀ, ਉਹ ਪੰਜਾਬੀ 'ਚ ਮੈਂ ਹੀ ਲਿਖਿਆ ਸੀ। 2 ਨਾਵਲ, ਤਮਾਸ਼ਾ ਤੇ ਹੁਮਸ, ਇਹ ਵਿਅੰਗ ਪ੍ਰਧਾਨ ਨਾਵਲ ਨੇ ਤੇ ਇਹ ਉਹਦੇ 'ਚ ਲਿਖੇ ਗਏ। ਮੈਂ ਅੱਜ ਬੱਚਿਓ ਤੁਹਾਨੂੰ ਦੱਸਦਾ ਕਿ ਇਸ ਤੁਹਾਡੇ ਕਾਲਜ 'ਚ ਬਹੁਤ ਵੱਡੇ ਵੱਡੇ ਲੋਕ ਪ੍ਰੋਫੈਸਰ ਰਹੇ, ਜਿਨ੍ਹਾਂ 'ਚ ਕਨ੍ਹਈਆ ਲਾਲ ਕਪੂਰ ਵੀ ਇੱਕ ਮਹਾਨ ਹਸਤੀ ਸੀਗੇ, ਜਿਨ੍ਹਾਂ ਨੂੰ ਸਾਰੀ ਦੁਨੀਆ 'ਚ ਦੇ ਉਰਦੂ ਲੇਖਕ ਦੇ ਵਜੋਂ, ਉਰਦੂ ਵਿਅੰਗ ਲੇਖਕ ਦੇ ਵਜੋਂ ਮਾਣ ਪ੍ਰਾਪਤ ਸੀ। ਔਰ ਇੰਨਾ ਵੈਲ ਰੈਡ ਬੰਦਾ ਮੈਂ ਆਪਣੀ ਜ਼ਿੰਦਗੀ ਕਦੇ ਨਹੀਂ ਦੇਖਿਆ। ਉਹਨਾਂ ਦੇ ਨਾਲ ਫਿਰ ਮੇਰਾ ਕੋਈ 2 ਸਾਲ ਕੰਟੈਕਟ ਰਿਹਾ। ਉੱਥੋਂ ਫਿਰ ਮੈਂ ਹਾਸ ਵਿਅੰਗ ਲਿਖਣ ਵੱਲ ਆ। ਹਾਸ ਵਿਅੰਗ ਲਿਖਣ 'ਚ ਫਿਰ ਮੈਂ ਕਾਫੀ, ਕਿਉਂਕਿ ਕਪੂਰ ਸਾਹਿਬ ਵਰਗਿਆਂ ਦੇ ਬੰਦਿਆਂ ਦੀ ਸੋਚ ਮਿਲਦੀ ਸੀ ਤੇ ਮੈਂ ਥੋੜ੍ਹਾ ਡਿਫਰੈਂਟ ਕਿਸਮ ਦਾ ਹਾਸ ਵਿਅੰਗ ਜਿਹੜਾ ਹੈ ਸਿਰ 'ਚ ਕੋਈ 20-25 ਕਿਤਾਬਾਂ ਹਾਸ ਵਿਅੰਗ ਦੀਆਂ ਲਿਖੀਆਂ। ਹਾਸ ਵਿਅੰਗ ਕਿਉਂਕਿ ਮੇਰਾ ਫੀਲਡ ਹਾਸ ਵਿਅੰਗ ਦਾ, ਆਮ ਤੌਰ 'ਤੇ ਸਾਨੂੰ ਇਹ ਪੁੱਛਿਆ ਜਾਂਦਾ ਹੈ ਕਿ ਹਾਸ ਤੇ ਵਿਅੰਗ 'ਚ ਫਰਕ ਕੀ ਹੈ। ਹਾਸ ਵਿਅੰਗ 'ਚ ਫਰਕ ਜਿਹੜਾ ਹੈਗਾ ਮੈਂ ਤੁਹਾਨੂੰ ਇੱਕ ਮਿਸਾਲ ਦੇ ਕੇ ਸਮਝਾਉਣਾ। ਇੱਕ ਜਗ੍ਹਾ ਕਿਤੇ ਪ੍ਰਵਚਨ ਚੱਲ ਰਿਹਾ ਸੀ ਕਿਤੇ ਸੰਤ ਦਾ। ਪ੍ਰਵਚਨ ਤੋਂ ਬਾਅਦ ਉਸਨੇ ਬੰਦਿਆਂ ਨੂੰ ਪੁੱਛਿਆ ਵੀ ਜਿਹੜੇ ਸਵਰਗ 'ਚ ਜਾਣਾ ਚਾਹੁੰਦੇ ਆ ਉਹ ਖੜੇ ਹੋਏ। ਹੁਣ ਸਵਰਗ ਤਾਂ ਸਾਰੇ ਜਾਣਾ ਚਾਹੁੰਦੇ, ਪਰ ਇਹ ਉਹਨਾਂ ਨੂੰ ਪਤਾ ਨਹੀਂ ਵੀ ਮਰ ਕੇ ਜਾਣਾ ਪੈਂਦਾ, ਸਿੱਧਾ ਨਹੀਂ ਸਵਰਗ ਜਾ ਸਕਦਾ। ਉਹ ਸਾਰੇ ਖੜੇ ਹੋ ਗਏ। ਇੱਕ ਮੇਰੇ ਵਰਗਾ ਬੰਦਾ ਬੈਠਾ ਰਿਹਾ, ਕਹਿੰਦਾ ਜੀ, ਉਹ ਕਹਿੰਦੇ ਭਗਤ ਜੀ ਤੁਸੀਂ ਨਹੀਂ ਸਵਰਗ ਜਾਣਾ? ਕਹਿੰਦਾ ਨਹੀਂ ਜੀ ਮੈਂ ਨਹੀਂ ਪਰ ਜਾਣਾ। ਕਹਿੰਦੇ ਕੀ ਗੱਲ? ਕਹਿੰਦੇ ਜੀ ਮੇਰੀ ਨਾ ਜਦੋਂ ਮੈਂ ਘਰੋਂ ਆਇਆ ਸੀਗਾ ਤੇ ਮੇਰੀ ਘਰ ਵਾਲੀ ਨੇ ਮੈਨੂੰ ਕਿਹਾ ਸੀਗਾ ਵੀ ਪ੍ਰਵਚਨ ਤੋਂ ਬਾਅਦ ਰਸੀਦੀ ਸਪੀਡ ਪੋਸਟ ਦੀ ਟਿਕਟ ਨੂੰ ਸਿੱਧਾ ਘਰੇ ਆਣੀ, ਉੱਥੇ ਰਸਤੇ 'ਚ ਨਾ ਕਿਤੇ ਐਵੇਂ ਗੇੜੇ ਗੁੜੇ ਖਾਂਦਾ ਰਹੇ। ਸੋ ਮੈਂ ਸਵਰਗ ਨਹੀਂ ਜਾਣਾ, ਮੈਂ ਤੇ ਘਰ ਜਾਣਾ। ਇਹ ਨਿਰੋਲ ਹਾਸ-ਰਸ ਹੈ। ਤੇ ਜੇ ਆਪਾਂ ਇਸੇ ਗੱਲ ਨੂੰ ਐਂ ਕਹਿਣਾ ਪਵੇ, ਐਂ ਕਹਿ ਲਈਏ ਕਿ
ਜੇ ਤੁਹਾਡੇ ਵਰਗੇ ਠਗਤ ਸਵਰਗ ਚਲੇ ਜਾਣਗੇ, ਧਰਤੀ ਨੇ ਤਾਂ ਆਪੇ ਸਵਰਗ ਪਹੁੰਚ ਜਾਣਾ, ਇਸ ਕਰਕੇ ਸਵਰਗ ਜਾਣ ਦੀ ਲੋੜ ਕੀ ਹੈ। ਜਾਂ ਇਹਨੂੰ ਆਏ ਕਹਿਣਾ ਪਵੇ ਕਿ ਵੀ ਜੇ ਇੰਨੀ ਖਲਕਤ ਸਵਰਗ ਚਲੀ ਜਾਊਗੀ, ਫਿਰ ਧਰਤੀ ਨੇ ਤਾਂ ਆਪੇ ਸਵਰਗ ਪਹੁੰਚ ਜਾਣਾ, ਫਿਰ ਸਵਰਗ ਜਾਣ ਦੀ ਕੀ ਲੋੜ ਹੈ, ਇੱਥੇ ਰਹਾਂਗੇ। ਸੋ ਇਹ ਥੋੜਾ ਜਿਹਾ ਮੋਟਾ ਫਰਕ ਹੈ। ਆਮ ਤੌਰ ਤੇ ਅਸੀਂ ਛੇੜਛਾੜ ਨੂੰ ਹਾਸ ਰਸ ਕਹਿੰਦੇ ਤੇ ਚੀਰ ਫਾੜ ਨੂੰ ਬਿਆਨ ਕਹਿੰਦੇ। ਜੇ ਇਹਦੇ ਚ ਥੋੜੀ ਜਿਹੀ ਵੀ ਵਧੀਕੀ ਹੋ ਜਾਏ, ਛੇੜਛਾੜ ਚ ਵਧੀਕੀ ਹੋ ਜਾਏ ਜ਼ਿਆਦਾ, ਤਾਂ ਮਾਮਲਾ ਜਿਹੜਾ ਹੈਗਾ ਥਾਣੇ ਪੁਲਿਸ ਚਲਾ ਜਾਂਦਾ। ਤੇ ਜੇ ਚੀਰ ਫਾੜ ਚ ਥੋੜੀ ਜਿਹੀ ਜ਼ਿਆਦਤੀ ਹੋ ਜਾਏ, ਕਿਸੇ ਦੇ ਕੈਂਚੀ ਅੰਦਰ ਰਹਿ ਜਾਵੇ, ਕਿਸੇ ਦੇ ਤੋਪਾ ਵੱਧ ਲੱਗ ਜਾਏ, ਘੱਟ ਲੱਗ ਜਾਏ, ਤਾਂ ਬੰਦਾ ਮਸਾਨਾ ਤੱਕ ਪਹੁੰਚ ਜਾਂਦਾ। ਸੋ ਇਸ ਵਾਸਤੇ ਹਾਦਸਿਆਂ ਤੋਂ ਬਚਣ ਵਾਸਤੇ ਬੜੇ ਸਲੀਕੇ ਦੀ ਲੋੜ ਹੈ। ਸਲੀਕੇ ਤੋਂ ਬਿਨਾਂ ਹਾਦਸਿਆਂ ਨਹੀਂ ਕੀਤਾ ਜਾਂਦਾ। ਤੇ ਪੰਜਾਬੀ ਜੀਵਨ ਤਾਂ ਇਹ ਹੁਣ ਸਾਡੀ ਬਦਕਿਸਮਤੀ ਹੈ ਕਿ ਸਾਡੇ ਬੱਚੇ ਜਿਹੜੇ ਹੈਗੇ ਬਾਹਰ ਭੱਜੇ ਜਾ ਰਹੇ ਆ, ਕਿਉਂਕਿ ਸਿਸਟਮ ਦਾ ਤੋਂ ਸੰਭਾਲਿਆ ਨਹੀਂ ਗਿਆ ਚੱਜ ਨਾਲ। ਤੇ ਨਹੀਂ ਤਾਂ ਇਹ ਭੂਮੀ ਜਿਹੜੀ ਹੈਗੀ ਹੈ ਪੰਜਾਬ ਦੀ, ਇਹ ਤੇ ਹਾਸੇ ਮਜ਼ਾਕ ਵਾਲੀ ਭੂਮੀ ਸੀਗੀ, ਜਿੱਥੇ ਲੋਕ ਸਿੱਠਣੀਆਂ ਦਿੰਦੇ ਸੀਗੇ, ਸਿੱਠਣੀਆਂ ਤੇ ਵੀ ਖੁਸ਼ ਹੁੰਦੇ ਸੀਗੇ, ਤੇ ਭੰਗੜੇ ਪਾਉਂਦੇ ਸੀਗੇ, ਗਿੱਧੇ ਪਾਉਂਦੇ ਸੀਗੇ। ਲੇਕਿਨ ਹੁਣ ਉਹ ਸਾਡਾ ਜੀਵਨ ਜਿਹੜਾ ਹੈਗਾ, ਸਾਰੇ ਨੌਜਵਾਨਾਂ ਨੂੰ ਪਤਾ ਹੀ ਹੈ ਅਸੀਂ ਕਿਸ ਪਾਸੇ ਸਰਕਾਰਾਂ ਨੇ ਸਾਨੂੰ ਢੋਤਾ, ਕਿਸ ਪਾਸੇ ਸਾਡੀ ਹਾਲਤ ਕਰਤੀ ਹੈ। ਸੋ ਹਾਸਮਿਆਂ ਨੂੰ ਜਿਹੜਾ ਹੈਗਾ, ਇਹ ਜੀਵਨ ਨੂੰ ਨਿਰੋਲ ਜੀਵਨ ਨੂੰ ਵਧੀਆ ਪਾਸੇ ਲੈ ਕੇ ਜਾਂਦਾ। ਔਰ ਜਿੰਨੇ ਹਾਲਾਤ ਖਰਾਬ ਹੋਣਗੇ, ਹਾਸਮਿਆਂ ਨੇ ਜਿਹੜਾ ਹੈਗਾ ਉਨਾ ਹੀ ਜ਼ਿਆਦਾ ਕੰਮ ਕਰਨਾ, ਉਨਾ ਹੀ ਜ਼ਿਆਦਾ ਕਾਰਗਰ ਸਿੱਧ ਹੁੰਦਾ। ਤੇ ਅਸੀਂ ਜ਼ਿੰਦਗੀ 'ਚ ਕੋਸ਼ਿਸ਼ ਕਰਦੇ ਹਾਂ ਕਿ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦਾ ਕਿ ਸਮਾਜ ਦੀਆਂ ਰਾਜਨੀਤਿਕ ਹੋਰ ਜਿਹੜੀਆਂ ਬੁਰਾਈਆਂ ਨੇ ਉਹਨਾਂ 'ਤੇ ਦੱਬ ਕੇ ਕਟਾਸ਼ ਕੀਤਾ ਜਾਵੇ, ਦੱਬ ਕੇ ਲਿਖਿਆ ਜਾਵੇ। ਤਾਂ ਇਹ ਜਿਹੜਾ ਸਾਹਿਤ ਹੈ, ਸਾਡਾ ਸਾਹਿਤ ਸਾਨੂੰ ਆਸ ਜਗਾਉਂਦਾ। ਸਾਡੇ ਲਿਟਰੇਚਰ ਦਾ ਮਕਸਦ ਆਸ ਜਗਾਉਣਾ। ਸਾਡੇ 'ਚ ਆਸ ਕਿਵੇਂ ਜਾਗਦੀ ਹੈ? ਇੱਕ ਨਾਵਲ ਹੈ ਰੁਮਾਨੀਆਂ ਦਾ, ਉਹ ਤੁਸੀਂ ਬੱਚਿਓ ਪੜ੍ਹਿਓ ਜ਼ਰੂਰ ਜੇ ਟਾਈਮ ਮਿਲੇ। ਮੀਤਰੀਆ ਕਪੂਰ ਆ ਉਹਦਾ ਨਾਵਲ ਦਾ। ਮੀਤਰੀਆ ਕਪੂਰ ਇੱਕ ਪਾਤਰ ਹੈ, ਉਹ ਘਰੋਂ ਭੱਜ ਕੇ, ਪੇਂਡੂ ਮੁੰਡਾ ਘਰੋਂ ਭੱਜ ਕੇ ਫੌਜ 'ਚ ਭਰਤੀ ਹੋ ਜਾਂਦਾ। ਫੌਜ 'ਚ ਭਰਤੀ ਹੋ ਕੇ ਉਹ ਕਿਸੇ ਕਮਾਂਡਰ ਨਾਲ ਉਹਦੀ ਡਿਊਟੀ ਕਰਦਾ, ਪਰ ਉਹ ਬੰਬਾਰਡਮੈਂਟ ਐਸੀ ਹੁੰਦੀ ਹੈ ਉਹਨਾਂ ਦੇ ਦੋਨਾਂ ਤੇ ਕਿ ਉਸ ਕਮਾਂਡਰ ਦੀਆਂ ਲੱਤਾਂ ਉੱਠ ਜਾਂਦੀਆਂ। ਜਦੋਂ ਉਹਨੂੰ ਹੋਸ਼ ਆਉਂਦੀ ਆ, ਉਹ ਕਹਿੰਦਾ ਮੀਤਰੀਆ ਕਪੂਰ, ਮੇਰੀਆਂ ਤੇ ਯਾਰ ਲੱਤਾਂ ਹੀ ਉੱਡ ਗਈਆਂ। ਉਹ ਕਹਿੰਦਾ ਕਮਾਂਡਰ ਸਾਹਿਬ ਚਲੋ ਇੱਕ ਗੱਲ ਚੰਗੀ ਹੋ ਗਈ, ਹੁਣ ਬੁਢਾਪੇ ਤੁਹਾਨੂੰ ਗੋਡਿਆਂ ਦੀ ਪ੍ਰੋਬਲਮ ਨਹੀਂ ਆਊਗੀ। ਇਹੋ ਜਿਹੀ ਉਮੀਦ ਜਿਹੜੀ ਹੈਗੀ ਹੈ, ਸਾਰਾ ਜਿਹੜਾ ਹੈਗਾ ਜਗਾਉਂਦਾ। ਹਾਸਮਿਆਂ ਵਾਸਤੇ ਲੇਖਕ ਜਿਹੜਾ ਹੈਗਾ ਪਹਿਲਾਂ ਇਹ ਕੋਸ਼ਿਸ਼ ਕਰਦਾ ਕਿ ਬਚਿਆ ਕਿਵੇਂ ਜਾ ਸਕਦਾ, ਕਿਉਂਕਿ ਜੇ ਤੁਸੀਂ ਸਿੱਧਾ ਕਿਸੇ ਦੇ ਅਟੈਕ ਕਰਦੇ ਹੋ ਤੇ ਉਹਨੇ ਰਿਐਕਟ ਕਰਨਾ ਹੀ ਕਰਨਾ। ਇੱਕ ਵਾਰੀ ਇੱਕ ਮਰਾਸੀ ਨੇ ਕਿਸੇ ਰਾਜੇ ਨੂੰ ਮਖੌਲ ਕਰਤਾ, ਮਜ਼ਾਕ ਕਰਤਾ, ਤੇ ਉਹ ਰਾਜਾ ਕਹਿੰਦਾ ਇਹਨੂੰ ਨਾ ਫਾਂਸੀ ਦੀ ਸਜ਼ਾ ਦਿਓ। ਰਾਜਾ ਨੂੰ ਮਖੌਲ ਕਰਦਾ, ਉਹ ਮਰਾਸੀ ਉਹਨੂੰ ਕਹਿਣ ਲੱਗਾ ਵੀ ਚੰਗਾ ਜੀ ਕਹਿੰਦਾ ਕਰ ਦਿਓ, ਫਾਂਸੀ ਦੇ ਦਿਓ। 2 ਮਿੰਟ ਬਾਅਦ ਕਹਿਣ ਲੱਗਾ, ਕਹਿੰਦਾ ਲੱਗਦਾ ਤਾਂ ਨਹੀਂ। ਉਹ ਜਦੋਂ 2-4 ਵਾਰੀ ਕਿਹਾ, ਕਦੇ ਉੱਚੀ ਕਹਿਦਾ ਕਰੇ, ਕਦੇ ਨੀਵਾਂ ਕਹਿਦਾ ਕਰੇ, ਤੇ ਉਹ ਰਾਜਾ ਕਹਿੰਦਾ ਗੱਲ ਕੀ ਹੈ, ਕੀ ਗੱਲ ਹੈ? ਨਹੀਂ ਜੀ ਨਹੀਂ, ਕਹਿੰਦਾ ਤੁਸੀਂ ਫਾਂਸੀ ਦਿਓ, ਬਸ ਗੱਲ ਖਤਮ ਹੋਈ। ਨਹੀਂ ਕਹਿੰਦਾ ਦੱਸਦਾ ਸੀ। ਕਹਿੰਦਾ ਜੀ ਮੈਨੂੰ ਕੱਲ੍ਹ ਹੀ ਕਿਸੇ ਜੋਤਸ਼ੀ ਨੇ ਦੱਸਿਆ ਸੀਗਾ ਵੀ ਤੇਰੀ ਮੌਤ ਨਾ ਕਿਸੇ ਕਮਲੇ ਬੰਦੇ ਤੋਂ ਹੋਣੀ, ਕਮਲੇ ਤੇ ਮੂਰਖ ਬੰਦੇ ਤੋਂ ਹੋਣੀ। ਕਹਿੰਦਾ ਮੈਂ ਹਜ਼ੂਰ ਦੇ ਮੂੰਹ ਵੱਲ ਦੇਖੀ ਜਾਂਦਾ ਵੀ ਲੱਗਦੇ ਤਾਂ ਨਹੀਂ, ਸ਼ਾਇਦ ਹੋਣ,
लगते तो है नहीं शायद होण ਇਹਦੇ ਜੁੱਤੀਆਂ ਮਾਰੋ ਚਾਰ ਤੇ ਭਜਾਓ ਇਹਨੂੰ। ਅੱਛਾ, ਜਿਹੜਾ ਵਿਅੰਗ ਦੇ ਪਹਿਲਾਂ ਕਾਣੇ ਨੂੰ ਕਾਣਾ ਵਿਅੰਗ ਦੇ ਕੀ ਕਹਿ ਸਕਦਾ? ਤੁਸੀਂ ਕਿਸੇ ਨੂੰ ਕਹਿ ਕੇ ਦੇਖ ਲਓ ਜੇ ਝੱਟ ਤੁਹਾਨੂੰ ਕਾਣਾ ਲੱਗੇ। ਉਹ ਇੱਕ ਬੰਦੇ ਨੂੰ ਕਿਹਾ ਵੀ ਤੂੰ ਰਾਜੇ ਇੱਕ ਕਾਣਾ ਸੀ ਰਾਜਾ, ਤੇ ਉਹਨੂੰ ਕਹਿੰਦੇ ਵੀ ਤੂੰ ਮੈਨੂੰ ਕਾਣਾ ਕਹਿ ਸਕਦਾ? ਕਹਿੰਦਾ ਮੈਂ ਇੱਕ ਵਾਰੀ ਛੱਡ 100 ਵਾਰੀ ਕਹਿ ਦਾਂ। ਪਰ ਕਹਿੰਦਾ ਦਿਓਗੇ ਕੀ? ਕਹਿੰਦਾ ਤੈਨੂੰ ਇੱਕ ਸ਼ਰਤੀ ਇੱਕ ਵਾਰੀ ਖਾਣਾ ਕਹਿਣਾ। ਕਹਿੰਦਾ ਚੱਲ ਠੀਕ ਹੈ। ਉਹਨੇ ਕੱਪੜੇ ਕੁਪੜੇ ਨਵੇਂ ਪਾਏ ਤੇ ਰਾਜੇ ਕੋਲ ਚਲਾ ਗਿਆ। ਰਾਜੇ ਕੋਲ ਜਾ ਕੇ ਕਹਿੰਦਾ, ਰਾਜਾ ਕਹਿੰਦਾ ਹਾਂ ਵੀ ਬੜੀ ਟੌਰ ਕੱਢੀ ਹੈ, ਕਿੱਧਰੋਂ ਆਇਆ? ਕਹਿੰਦਾ ਜੀ ਮੈਂ ਜਨਾਬ ਦੇ ਸਹੁਰੇ ਗਿਆ ਸੀ। ਉਹ ਸਹੁਰੇ ਤੋਂ ਰਾਜੇ ਦੀ ਅੱਖ ਜਿਹੜੀ ਹੈਗੀ ਆ ਪੜਕਣ ਲੱਗ ਗਈ। ਉਹ ਕਹਿੰਦਾ ਫੇਰ? ਕਹਿੰਦਾ ਜੀ ਉੱਥੇ ਥੋੜੀ ਸਾੜੀ ਮਿਲੀ ਸੀ। ਸਾੜੀ ਮਿਲੀ ਸੀ? ਰਾਜਾ ਹੋਰ ਖੁਸ਼ ਹੋ ਗਿਆ ਵੀ ਸਾੜੀ ਦੇ ਨਾਮ। ਉਹ ਕਹਿੰਦਾ ਵੀ ਫਿਰ ਸਾੜੀ ਕੀ ਕਹਿੰਦੀ ਸੀ? ਕਹਿੰਦੀ ਉਹ ਕਹਿੰਦੀ ਸੀ ਜੀ ਕਾਣੇ ਦਾ ਕੀ ਹਾਲ ਹੈ? ਕਹਿੰਦਾ ਮੈਂ ਕਿਹਾ ਓਏ ਲਗਨ ਨੂੰ ਹੱਥ ਮਾਰ, ਐਡਾ ਸਾਡਾ ਬਾਦਸ਼ਾਹ ਤੇ ਤੂੰ ਉਹਨੂੰ ਕਾਣਾ ਹੀ ਦੱਸੀ ਜਾਂਦੀ ਹੈ। ਕਹਿੰਦੀ ਲੈ ਮੈਂ ਤਾਂ 100 ਵਾਰੀ ਕਹੂੰਗੀ ਕਾਣਾ 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 ਕਾਣਾ। ਸੋ ਇਹ ਵਿਅੰਗ ਦੇ ਵੀ ਇਸ ਤਰ੍ਹਾਂ ਦੇ ਤਰੀਕੇ ਵਰਤ ਸਕਦਾ। ਔਰ ਕਈ ਵਾਰੀ ਜਿਵੇਂ ਤੁਸੀਂ ਮਹਾਭਾਰਤ ਦੇਖਿਆ, ਉਹ ਸਾਰਿਆਂ ਨੇ ਰਮਾਇਣ ਵੀ ਦੇਖੀ ਹੋਊਗੀ, ਸੀਰੀਅਲ ਆਈ ਹੋਈ ਜਿਹੜੀ, ਉਹਦੇ 'ਚ ਜੇ ਕੋਈ ਇੱਕ ਯੋਧਾ ਤੀਰ ਮਾਰਦਾ ਸੀ ਨਾ, ਤੇ ਤੀਰ ਮਾਰ ਕੇ ਜੇ ਦੂਜੇ ਦਾ ਤੀਰ ਤਗੜਾ ਹੁੰਦਾ ਸੀ ਤਾਂ ਤੀਰ ਵਾਪਸ ਯੋਧੇ ਕੋਲ ਆ ਜਾਂਦਾ ਸੀ, ਪਹਿਲੇ ਯੋਧੇ ਕੋਲ। ਇਸੇ ਤਰ੍ਹਾਂ ਹੀ ਜੇ ਤੁਹਾਡਾ ਵਿਅੰਗ ਕਾਰਗਰ ਨਹੀਂ ਹੁੰਦਾ ਤੇ ਉਹ ਸਮਝ ਲਓ ਉਲਟਾ ਤੁਹਾਡੇ ਸਿਰ ਹੀ ਪੈ ਜਾਂਦਾ। ਉਹ ਇਸ ਤਰ੍ਹਾਂ ਦੀਆਂ ਇੱਕ ਉਦਾਹਰਨਾਂ ਮੈਂ ਤੁਹਾਨੂੰ ਦੱਸ ਸਕਦਾ। ਮੈਂ ਉੱਥੇ ਸੰਗਰੂਰ ਕੰਮ ਕਰਦਾ ਸੀ ਤੇ ਮੇਰੇ ਜਿੱਥੇ ਮੈਂ ਰਹਿੰਦਾ ਸੀ ਕਮਰੇ 'ਚ, ਉਹਦੇ ਨਾਲ ਹੀ ਇੱਕ ਪੁਰਾਣਾ ਮੰਦਿਰ ਸੀ। ਮੰਦਿਰ ਦਾ ਇੱਕ ਪੁਰਾਣਾ ਜਿਹਾ ਤਲਾਅ ਸੀ। ਤਲਾਅ ਦੇ ਜਨਾਨੀ ਜਨੂਨੀ ਨਾ ਕੱਪੜੇ ਕੁਪੜੇ ਧੋਣ ਐਤਵਾਰ ਨੂੰ ਆ ਜਾਂਦੀ। ਤੇ ਇੱਕ ਦਿਨ ਮੈਂ ਐਤਵਾਰ ਨੂੰ ਨਹਾਈ ਜਾਵਾਂ ਤੇ ਰੌਲਾ ਜਿਹਾ ਮੈਂ ਸੁਣੀ, ਉਹਦੀ ਚੀਕਾਂ ਸੁਣੀਆਂ, ਜਾਤਕ ਡੁੱਬ ਗਿਆ ਹੈ, ਜਾਤਕ ਡੁੱਬ ਗਿਆ ਹੈ, ਬਚਾਓ, ਜਾਤਕ ਡੁੱਬ ਗਿਆ ਹੈ, ਜਾਤਕ ਡੁੱਬ ਗਿਆ ਹੈ। ਜਾਤਕ ਕੋਈ ਜਵਾਬ ਨਹੀਂ ਦਿੰਦੀ। ਮੈਂ ਤਾਂ ਜੋ ਮੈਂ ਸਾਬਣ ਸੁਬਣ ਲੱਗਿਆ ਹੋਇਆ ਤੇ ਮੇਰੇ ਬਹਾਦਰੀ ਦਾ ਜਜ਼ਬਾ ਪੰਜਾਬੀਆਂ ਕਰਕੇ ਜਾਗ ਪਿਆ ਤੇ ਮੈਂ ਉੱਥੇ ਪਹੁੰਚ ਗਿਆ। ਜਾ ਕੇ ਮੈਂ ਉਹਨੂੰ ਕੁੜੀ ਨੂੰ ਪੁੱਛਿਆ, ਮੈਂ ਕਿੱਥੇ ਜਵਾਬ? ਉਹ ਕਹਿੰਦੀ ਇੱਥੇ ਜੀ ਡੁੱਬਿਆ ਹੈ, ਇੱਥੇ ਡੁੱਬਿਆ ਹੈ, ਇੱਥੇ ਡੁੱਬਿਆ ਹੈ। ਮੈਂ ਜੀ ਆਣ ਦੇਖਿਆ, ਤਾਂ ਦੇਖਿਆ ਕਾਈ ਵਾਲਾ ਗੰਦਾ ਜਿਹਾ ਪਾਣੀ, ਉਹਦੇ 'ਚ ਛਾਲਾਂ ਮਾਰ ਮਾਰ, ਕਦੇ ਟੁੱਕੀ ਮਾਰਾਂ, ਕਦੇ ਉੱਪਰ ਮਾਰਾਂ, ਕਦੇ ਥੱਲੇ ਮਾਰਾਂ। ਮੁੜ ਕੇ 10 ਮਿੰਟ ਮੈਨੂੰ ਐਂ ਡੋਬੜੀਆਂ ਜਿਹੀਆਂ ਦੇ ਕੇ ਨਾ ਮੈਨੂੰ ਕਹਿੰਦੀ, ਮਹਾਰਾਜ ਜੀ ਆ ਜਾਓ ਆ ਜਾਓ। ਮੈਂ ਜਾਤਕ ਤੇ ਮੈਂ ਗਾਰੀ ਬੋਲ ਆਈ ਹਾਂ, ਜਾਤਕ ਤੇ ਮੈਂ ਗਾਰੀ ਬੋਲ ਆਈ ਹਾਂ। ਉਹ ਸਾਨੂੰ ਮੈਨੂੰ ਮੂੰਹ ਤੇ ਕੋਈ ਗੱਲ ਨਹੀਂ ਫਰਕ ਪਈ, ਲੇਕਿਨ ਜਿਹੜੀ ਬਹਾਦਰੀ ਪ੍ਰਸ਼ੰਸਾ ਕਰਨੀ ਸੀ ਲੋਕਾਂ ਨੇ ਵੀ ਜਵਾਬ ਬਚਾਤਾ ਬੰਦੇ ਨੇ, ਉਹ ਉਦੋਂ ਦੀ ਮਿਸ ਹੋਈ ਹੋਈ ਮੈਨੂੰ ਹੁਣ ਤੇ ਅਫਸੋਸ ਆ। ਤੇ ਇੱਕ ਵਾਰੀ ਇਸੇ ਤਰ੍ਹਾਂ ਹੀ ਮੈਂ ਲਾਸਟ ਬੱਸ ਚੰਡੀਗੜ੍ਹੋਂ ਆਉਣਾ ਸੀਗਾ, ਬਹੁਤ ਠੰਡ ਸੀ ਉਦੋਂ, ਬਹੁਤ ਠੰਡ ਸੀ ਤੇ ਉਹ ਬੱਸ ਨੇ ਜਾਣਾ ਸੀ ਅਬੋਹਰ। ਉਹ ਮੈਨੂੰ ਐਵੇਂ ਝੇਡਾਂ ਜਿਹੀ ਕਰਨ ਦੀ ਆਦਤ ਲੱਗੀ ਤੇ ਮੈਂ ਟਿਕਟ ਕਟਾਉਣ ਲੱਗਿਆ ਨਾ, ਤੇ ਡਰਾਈਵਰ ਵੀ ਖੜਾ ਸੀਗਾ, ਕੰਡਕਟਰ ਵੀ ਖੜਾ ਸੀਗਾ। ਮੈਂ ਕਿਹਾ ਵੀ ਆਹ ਟਿਕਟ ਮੋਗੇ ਦੀ, ਤੇ ਉਹ ਕੱਟਣ ਲੱਗਿਆ ਟਿਕਟ ਤੇ ਮੈਂ ਇੱਧਰ ਉੱਧਰ ਨੂੰ ਦੇਖ ਕੇ ਨਾ ਮੈਂ ਕਿਹਾ ਵੀ ਇਹ ਬੱਸ ਪਹੁੰਚ ਚੁੱਕੀ ਅੱਜ। ਹੁਣ ਉਹ ਤੇ ਬਹੁਤ ਉਹ ਹੁੰਦੇ ਆ ਜੋ ਤੁਸੀਂ ਦੇਖੋਗੇ ਵੀ ਉਹ ਕ੍ਰਿਸ਼ਨ ਦੀ ਫੋਟੋ ਵੀ ਲਾਈ ਹੁੰਦੀ ਹੈ, ਹਨੂੰਮਾਨ ਦੀ ਵੀ ਲਾਈ ਹੁੰਦੀ ਹੈ, ਗੁਰੂ ਨਾਨਕ ਦੀ ਵੀ ਲਾਈ ਹੁੰਦੀ ਹੈ, ਵੀ ਕੋਈ ਤਾਂ ਬਚਾਊਗਾ ਹੀ ਵੱਧ। ਤੇ ਉਹ ਮੈਨੂੰ ਡਰਾਈਵਰ ਕਹਿਣ ਲੱਗਾ ਨਾ, ਕਹਿੰਦਾ ਇਹਨੂੰ ਟਿਕਟ ਨਹੀਂ ਦੇਣੀ, ਇਹੋ ਜਿਹੇ ਮਨਹੂਸ ਨੂੰ ਕਹਿੰਦਾ ਲਿਜਾ ਕੇ ਕੀ ਕਰਨਾ, ਇਹੋ ਜਿਹੇ ਮਨਹੂਸ ਨੂੰ ਕਹਿੰਦਾ ਲਿਜਾ ਕੇ ਕੀ ਕਰਨਾ, ਐਵੇਂ ਕੋਈ ਹੋਰ ਕੀ ਹੋ ਗਈ, ਮੌਤ ਅੱਗੇ ਖਰਾਬ ਹੈ। ਮੈਂ ਉਹਨਾਂ ਦੇ ਕਰ ਰਹੀ ਗੱਲਾਂ ਵੀ ਭਾਈ ਮੇਰੇ ਬੱਚੇ ਠੀਕ ਨੇ ਹੋਣਗੇ, ਮੈਂ ਜੇ ਨਾ ਗਿਆ ਤੇ
ਸਮਾਨ ਪੈ ਜਾਣਾ ਘਰ 'ਚ। ਤੇ ਉਹ ਕਹਿੰਦਾ ਨਹੀਂ ਨਹੀਂ ਅਸੀਂ ਤੈਨੂੰ ਲਿਜਾਣਾ ਹੀ ਨਹੀਂ, ਤੂੰ ਰਹਿਣ ਦੇ। ਮੈਂ ਬੜੀ ਮੁਸ਼ਕਲ ਨਾਲ ਇੱਧਰੋਂ ਲੋਕਲ ਪਾ ਕੇ ਤੇ ਪਰਿਵਾਰ ਜਿਹਾ ਸਿਰ ਤੇ ਰੱਖ ਕੇ ਕਿਸੇ ਦੇ ਹੋਰ ਤੋਂ ਟਿਕਟ ਲੈ ਕੇ ਮੋਗੇ ਤੱਕ ਮੈਂ ਗਰਦਨ ਨਹੀਂ ਚੱਕੀ ਉੱਤੇ। ਤੇ ਜਦੋਂ ਮੌਕਾ ਆਇਆ ਛਾਲ ਮਾਰ ਕੇ ਮੈਂ ਤਾਂ ਪਹਿਲਾਂ ਉਤਰਨ ਦੀ ਕੋਸ਼ਿਸ਼ ਕੀਤੀ। ਸੋ ਇਸ ਤਰ੍ਹਾਂ ਵਿਅੰਗ ਜਿਹੜਾ ਹੈਗਾ ਨਾ ਉਹ ਬਹੁਤ ਸਲੀਕੇ ਨਾਲ ਔਰ ਉਸ ਨਾਲ ਲਾਉਣਾ ਚਾਹੀਦਾ, ਨਹੀਂ ਤੇ ਫਿਰ ਉਹ ਤੁਹਾਡੇ ਸਰੀਰ ਤੁਹਾਡੇ ਮੁੜ ਕੇ ਤੁਹਾਡੇ ਵੱਲ ਹੀ ਆ ਜਾਂਦਾ। ਸੋ ਅੱਜ ਵਿਅੰਗ ਦਾ ਮਾਹੌਲ ਹੈ, ਜਿੰਨਾ ਮੌਸਮ ਖਰਾਬ ਹੋਊਗਾ, ਜਿੰਨਾ ਮੌਸਮ ਦਾ ਮਤਲਬ ਹੈ ਵੀ ਸਮਾਜ ਖਰਾਬ ਹੋਊਗਾ, ਉਨਾ ਹੀ ਵਿਅੰਗ ਜ਼ਿਆਦਾ ਕਾਰਗਰ ਸਿੱਧ ਹੋਊਗਾ, ਉਨਾ ਹੀ ਜ਼ਿਆਦਾ ਕੰਮ ਕਰਦਾ। ਜਿੰਨੀਆਂ ਦੁਨੀਆ 'ਚ ਇਨਕਲਾਬ ਕਰਾਉਣ ਇਨਕਲਾਬ ਹੋਰ ਇਨਕਲਾਬ ਆਇਆ, ਉਹ ਸਾਰਾ ਇਹਨਾਂ ਵਿਅੰਗ ਦੇ ਹਿੱਤਾਂ ਕਰਕੇ ਹੀ ਆਇਆ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਵਿਅੰਗ ਪੜ੍ਹੋ, ਵਿਅੰਗ ਦੇਖੋ, ਵਿਅੰਗ ਕਰੋ ਔਰ ਜ਼ਿੰਦਗੀ ਤੁਹਾਨੂੰ ਹਮੇਸ਼ਾ ਖੂਬਸੂਰਤ ਬਣਾਈ ਰੱਖੇ। ਬਹੁਤ ਕੇਐਲ ਗਰਗ ਜੀ, ਵਿਅੰਗ ਦੇ ਬਾਰੇ ਤੁਸੀਂ ਸਾਡੇ ਵਿਦਿਆਰਥੀਆਂ ਦੇ ਨਾਲ, ਸਾਡੇ ਅਧਿਆਪਕਾਂ ਦੇ ਨਾਲ, ਸਾਡੇ ਬਹੁਤ ਸਾਰੇ ਸਾਥੀ ਸਾਹਿਬਾਨ ਬੈਠੇ ਨੇ, ਉਹਨਾਂ ਨਾਲ ਸਾਂਝਾ ਕੀਤਾ ਹੈ। ਤੁਸੀਂ ਜੋ ਚਾਹੁੰਦੇ ਹੋ ਸਰਚ ਕਰਦੇ ਹੋ, ਉਹਨਾਂ ਦੀ ਜ਼ਿੰਦਗੀ ਉਹਨਾਂ ਨੇ ਤੁਹਾਡੇ ਸਾਹਮਣੇ ਖੋਲ ਕੇ ਰੱਖੀ ਹੈ। ਉਹਨਾਂ ਨੇ ਆਪਣੀਆਂ ਰਚਨਾਵਾਂ ਬਾਰੇ ਤੁਹਾਡੇ ਨਾਲ ਗੱਲ ਕੀਤੀ। ਜੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ, ਤੁਹਾਡੇ ਜ਼ਿਹਨ ਦੇ ਵਿੱਚ, ਤੁਹਾਡੇ ਮਾਈਂਡ ਦੇ ਵਿੱਚ ਅਗਰ ਕੁਝ ਆਉਂਦਾ ਹੈ ਕਿ ਮੈਂ ਆਹ ਗੱਲ ਪੁੱਛਣਾ ਚਾਹੁੰਦਾ ਵੀ ਇਹ ਕਿਸ ਤਰ੍ਹਾਂ ਹੋਇਆ ਜੀ ਤੁਹਾਡੀ ਲਾਈਫ ਦੇ ਵਿੱਚ, ਤਾਂ ਤੁਸੀਂ ਪੁੱਛ ਸਕਦੇ ਹੋ। ਸਰ ਤੁਸੀਂ ਜਿਵੇਂ ਦੱਸਿਆ ਵੀ ਪਹਿਲੀ ਕਿਤਾਬ ਤੁਹਾਡੀ ਕਹਾਣੀਆਂ ਦੀ ਹੈਗੀ ਹੈ ਨਾ, ਤੇ ਤੁਹਾਡਾ ਵਿਅੰਗ ਵਾਲੇ ਪਾਸੇ ਆਉਣ ਦਾ ਮਨ ਕਦੋਂ ਤੇ ਕਿਵੇਂ ਬਣਿਆ, ਜਾਂ ਕਦੋਂ ਤੁਹਾਨੂੰ ਪਤਾ ਲੱਗ ਗਿਆ? ਥੋੜਾ ਜਿਹਾ ਫਿਰ ਡਿਸਕਸ ਕਰਦੇ ਹਾਂ। ਵੈਸੇ ਤਾਂ ਮੇਰੀ ਮਾਂ ਬਹੁਤ ਵੱਡੀ ਵਿਅੰਗ ਲੇਖਕ ਸੀ। ਉਹ ਤਾਂ ਉਹ ਦ੍ਰੋਪਦੀ ਵਾਂਗੂ ਗੱਲ ਕਰਕੇ ਅਗਲੇ ਨੂੰ ਸਾੜ ਹੀ ਦਿੰਦੀ ਸੀ। ਬਚਪਨ 'ਚ ਨਹੀਂ ਉਹਨਾਂ ਦੀਆਂ ਗੱਲਾਂ ਸੁਣਦੇ ਰਹਿੰਦੇ ਸੀਗੇ। ਕੁਝ ਮੈਂ ਤੁਹਾਨੂੰ ਉਹ ਕਹਾਣੀ ਦੱਸੀ ਜਿਹੜੀ ਉਹ ਸਾਡਾ ਰਿਸ਼ਤੇਦਾਰ ਸਾਨੂੰ ਬੁਲਾਉਂਦਾ ਨਹੀਂ ਵਿਆਹ 'ਚ, ਉਹ ਵਿਅੰਗਾਤਮਕ ਗੱਲ ਪਹਿਲੀ ਵਿਅੰਗ ਕਹਾਣੀ ਮੈਂ ਉਹ ਵੀ ਲਿਖੀ ਸੀ। ਪਰ ਇੱਥੇ ਇਸ ਸਕੂਲ ਦੇ, ਇਸ ਕਾਲਜ ਦੇ ਪ੍ਰਿੰਸੀਪਲ ਸੀਗੇ ਕਨਈਆ ਦਾਸ ਕਪੂਰ, ਕੇਐਲ ਕਪੂਰ, ਉਰਦੂ ਦੇ ਵਿਅੰਗ ਲੇਖਕ ਸੀਗੇ। ਉਹਨਾਂ ਨੇ ਹਿੰਦੀ 'ਚ ਵੀ ਤੇ ਪੰਜਾਬੀ 'ਚ ਵੀ ਕੁਝ ਕਿਤਾਬਾਂ ਲਿਖੀਆਂ ਨੇ। ਉਹਨਾਂ ਨਾਲ ਮੇਰਾ ਕੰਟੈਕਟ ਹੋਇਆ 2 ਸਾਲ ਅਸੀਂ ਇੱਕੋ ਮਹੱਲੇ 'ਚ ਇੱਕੋ ਗੁਆਂਢ ਰਹਿੰਦੇ ਰਹੇ। ਤੇ ਸ਼ਾਮ ਨੂੰ ਤੇ ਸਵੇਰੇ ਸਾਰਾ ਦਿਨ ਉਹਨਾਂ ਨੂੰ, ਉਹ ਰਿਟਾਇਰ ਹੋ ਕੇ ਗਏ ਸੀਗੇ। ਕੁਛ ਉਹਨਾਂ ਦਾ ਕੋਈ ਬੱਚਾ ਇੱਥੇ ਨਾਲ ਨਹੀਂ ਸੀ ਰਹਿੰਦਾ ਉਹਨਾਂ ਨੇ, ਤੇ ਮੈਂ ਉਹਨਾਂ ਨੂੰ ਐਜ਼ ਹੈਲਪਰ ਉਹਨਾਂ ਦੀ ਹੈਲਪ ਵੀ ਕਰਦਾ ਰਹਿੰਦਾ ਸੀ। ਤਾਂ ਉਹ ਵਿਅੰਗ ਦੀਆਂ ਗੱਲਾਂ ਕਰਦੇ ਹੁੰਦੇ ਸੀਗੇ, ਤੇ ਉਹਨਾਂ ਦੇ ਪ੍ਰੋਤਸਾਹਨ ਨਾਲ ਮੈਂ ਫਿਰ 1-2 ਵਿਅੰਗ ਸ਼ੁਰੂ 'ਚ ਲਿਖੇ। ਫਿਰ ਉਦੋਂ ਟ੍ਰਿਬਿਊਨ, ਪੰਜਾਬੀ ਟ੍ਰਿਬਿਊਨ ਸ਼ੁਰੂ ਹੋਇਆ ਸੀਗਾ, ਤੇ ਬਰਜਿੰਦਰ ਹੋਰਾਂ ਨੇ ਮੈਨੂੰ ਕਿਹਾ, ਕਹਿੰਦਾ ਵੀ ਤੁਸੀਂ ਗਰਗ ਸਾਹਿਬ ਸਾਨੂੰ ਕੋਈ ਵਿਅੰਗ ਲਿਖ ਕੇ ਭੇਜਿਆ ਕਰੋ। ਉਹ ਉੱਥੋਂ ਐਸਾ ਚੱਲਿਆ, ਐਸਾ ਸ਼ੁਰੂ ਹੋਇਆ ਪੰਜਾਬੀ ਟ੍ਰਿਬਿਊਨ ਤੋਂ। ਫਿਰ ਇਸ ਤੋਂ ਬਾਅਦ ਮੈਂ ਇੱਥੇ ਅਜੀਤ 'ਚ ਆ ਗਏ, ਉਹ ਸਰਦਾਰ ਬਰਜਿੰਦਰ ਸਿੰਘ, ਇਹਨਾਂ ਨੇ ਫਿਰ ਮੇਰੇ ਕੋਲ ਕਾਲਮ ਲਿਖਾਇਆ। ਹਰ ਹਫ਼ਤੇ ਲਿਖਦਾ ਸੀ ਮੈਂ। ਉਹਦਾ ਨਾਂ ਸੀ ਗਰਗ ਬਾਣੀ। ਤੇ ਉਹ ਹਰ ਹਫ਼ਤੇ ਮੈਂ ਕੋਈ 7 ਸਾਲ ਲਗਾਤਾਰ ਉਹ ਵਿਅੰਗ ਲਿਖਿਆ। ਤੇ ਇਸ ਫਿਰ ਉਹ ਵਿਅੰਗ ਤੋਂ ਫਿਰ ਵਿਅੰਗ ਕਹਾਣੀ, ਵਿਅੰਗ ਨਾਵਲ, ਇਸ ਤਰ੍ਹਾਂ ਬੰਦਾ ਵਿਕਾਸ ਕਰਦਾ ਇਸ ਤਰ੍ਹਾਂ ਹੋਇਆ। ਵੀ ਤੁਸੀਂ ਇੱਕ ਵਾਰੀ ਗੱਲ ਕੀਤੀ ਸੀ, ਜਿਹੜੇ ਮੇਰੇ ਵਿਦਿਆਰਥੀ ਆ ਮੇਰੀਆਂ ਚਪੇੜਾਂ ਤੋਂ ਨਹੀਂ ਡਰਦੇ ਜਿੰਨੇ ਮੇਰੇ ਵਿਅੰਗ ਤੋਂ ਡਰਦੇ ਆ। ਮੈਂ ਹੁਣ ਮੇਰਾ ਸਵਾਲ ਇਹ ਹੈ ਵੀ ਤੁਹਾਨੂੰ ਕਿਸੇ ਵਿਦਿਆਰਥੀ ਨੇ ਕਦੇ ਵਿਅੰਗ ਵਿੱਚ ਗੱਲ ਕੀਤੀ? ਬਿਲਕੁਲ ਕੀਤੀ ਹੈ। ਮੈਂ ਤੁਹਾਨੂੰ ਸੁਣਾਉਣਾ ਇੱਕ ਗੱਲ। ਇੱਥੇ ਲਾਗੜਾ ਸਟੂਡੀਓ ਹੈ, ਉਹ ਮੇਰਾ ਸਟੂਡੈਂਟ ਹੈ ਲਾਗੜਾ। ਉਹਨੂੰ ਸ਼ੌਕ ਸੀਗਾ ਵੀ ਅੰਦਰ ਜਿਹੜੇ ਸ਼ਹਿਰ ਦੇ ਇੰਪੋਰਟੈਂਟ ਬੰਦੇ ਆ ਨਾ, ਪ੍ਰਸਿੱਧ ਬੰਦੇ ਆ, ਉਹਨਾਂ ਦੀ ਇੱਕ ਗੈਲਰੀ ਬਣਾਈ ਜਾਵੇ ਅੰਦਰ ਉਹਦੇ ਸਟੂਡੀਓ ਦੇ ਅੰਦਰ। ਤੇ ਉਹ ਮੈਨੂੰ ਕਹਿਣ ਲੱਗਾ, ਕਹਿੰਦਾ ਗਰਗ ਸਾਹਿਬ, ਉਦੋਂ ਮੇਰਾ ਨਾਮ ਨੂੰ ਮਾੜਾ ਮੋਟਾ ਹੋ ਗਿਆ ਸੀਗਾ, ਟੀਚਰ ਦੇ ਤੌਰ ਤੇ ਵੀ ਮੈਨੂੰ ਅੱਛਾ ਸਮਝਦੇ ਸੀ ਉਹ। ਤੇ ਉਹ ਮੈਨੂੰ ਕਹਿਣ ਲੱਗਾ, ਕਹਿੰਦਾ ਗਰਗ ਸਾਹਿਬ, ਤੁਹਾਡਾ ਨਾ ਮੈਂ ਇੱਕ ਪੋਰਟਰੇਟ ਬਣਾਉਣਾ, ਪੋਰਟਰੇਟ ਖਿੱਚ ਕੇ ਤੇ ਮੈਂ ਇੱਥੇ ਲਾਉਣਾ।
मैं कहा ठीक है, मैं कहा मैनू भी इतराज है, कर ला। उन्हें जी मेरिया कोई 10-15 फोटोआं खिंचियां ते ਉਹਦੇ ਚੋਂ सिलेक्ट करके ना एक जी सब तो वधिया सीगी ਉਹਨੂੰ फ्रेम फ्रूम करा के ते कर लिया। ਤੇ ਜਦ ਮੈਨੂੰ ਕਹਿੰਦਾ ਜੀ ਤੁਸੀਂ ਕੱਲ੍ਹ ਨੂੰ ਲੈ ਜਿਓ। ਮੈਂ ਕਿਹਾ ਠੀਕ ਹੈ। ਜਦੋਂ ਮੈਂ ਲੈਣ ਗਿਆ ਤੇ ਮੈਨੂੰ ਕਹਿੰਦਾ ਲਓ ਗਰਗ ਸਾਹਿਬ ਕਿੰਨੀ ਕਮਾਲ ਦੀ ਫੋਟੋ ਬਣ ਗਈ, ਹੁਣ ਇਹ ਭੋਗ ਤੇ ਵੀ ਕੰਮ ਆ ਜਾਊਗੀ ਤੁਹਾਡੇ। ਮੈਂ ਕਿਹਾ ਵੀ ਠੀਕ ਹੈ। यथार्थ है वो या कल्पना है? दरअसल ਇੱਥੇ ਨਾ ਇੱਕ ਲੇਖਕ ਦੀ ਲੜਕੀ ਦਾ ਕਤਲ ਹੋ ਗਿਆ ਸੀ। ਉਹ ਅੰਤਰਜਾਤੀ ਵਿਆਹਾਂ ਕਰਕੇ ਕਤਲ ਹੋਇਆ ਸੀਗਾ। ਉਸ ਲੇਖਕ को बहुत खुददार और ज़हीन किस्म का लेखक ਸੀਗਾ। ਅੰਦਰੋਂ ਉਹਨੂੰ ਗੱਲ ਕਚੋੜਦੀ ਸੀ, ਗਿਲਟੀ ਕੌਨਸ਼ੀਅਸ ਸੀ ਉਹ। ਉੱਤੋਂ ਦਮਕਜੇ ਵੀ ਮਾਰਦਾ ਸੀ ਜੱਟਾਂ ਵਾਲੇ। ਤਾਂ ਉਹਦੀ ਜਿਹੜੀ ਵਿਥਿਆ ਹੈਗੀ ਹੈ, ਮਾਨਸਿਕ ਉਲਝਣ ਹੈਗੀ ਹੈ, ਦਰਅਸਲ ਨਾਵਲ ਉਸ ਦਾ ਹੀ ਸਮਝ ਲਓ ਇੱਕ ਕਿਰਤ ਹੈਗੀ ਹੈ। ਤੇ ਉਹ ਬਹੁਤ ਪਾਰ ਨਾਵਲ ਪੜ੍ਹਿਆ ਗਿਆ, ਉਹਦੇ ਚੰਗਾ ਰਿਵੀਜ਼ਨ ਵੀ ਛਪੇ ਛੋਟੇ। ਹਾਂਜੀ, ਜਦੋਂ ਕਿਤਾਬ ਰਿਲੀਜ਼ ਹੁੰਦੀ ਆਈ ਹੋਈ ਤੇ ਉਹਦਾ ਇੱਕ ਸ਼ਬਦ ਵਰਤਿਆ ਜਾਂਦਾ ਵਾ ਜੀ, ਘੁੰਡ ਚਕਾਈ ਸ਼ਬਦ। ਹਾਂਜੀ, ਮੈਂ ਇਹ ਸ਼ਬਦ ਨਾਲ ਸਹਿਜ ਨਹੀਂ ਹੋ ਪਾ ਰਿਹਾ। ਅਸਲ ਇੱਕ ਵਿੱਚ ਪਾਸੇ ਔਰਤ ਦੀ ਆਪਾਂ ਗੱਲ ਕਰਦੇ ਹਾਂ ਵੀ ਉਹਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਦੂਜੇ ਪਾਸੇ ਆਪਾਂ ਕਹਿ ਦਿੰਦੇ ਹਾਂ ਵੀ ਕਿਤਾਬ ਨੂੰ ਘੁੰਡ ਦੇ ਸ਼ਬਦ ਨਾਲ ਦੇਖੋ ਬੇਟਾ ਗੱਲ ਪਤਾ ਕੀ ਹੈ, ਜਿਹੜੀ ਕਿਤਾਬ ਹੈ ਨਾ ਉਹ ਲੇਖਕ ਦੀ ਬੀਵੀ ਵਰਗੀ ਹੁੰਦੀ ਹੈ। ਕਿਉਂਕਿ ਉਹ ਮਸਾਂ ਮੰਨੀ ਹੁੰਦੀ ਹੈ, ਮਸਾਂ ਲਿਖੀ ਹੁੰਦੀ ਹੈ, ਮਸਾਂ ਛਪੀ ਹੁੰਦੀ ਹੈ। ਤੇ ਇਸ ਕਰਕੇ ਫਿਰ ਉਹਦਾ ਘੁੰਡ ਚਕਾਈ ਹੋ ਸਕਦਾ। ਔਰ ਪ੍ਰਸੰਨ ਰਹਿਣਾ, ਪ੍ਰਸੰਨ ਕਰਕੇ ਇਸੇ ਕਰਕੇ ਮੇਰੇ ਅੰਦਰ ਕੋਈ ਉਲਝਣ ਨਹੀਂ ਹੈ, ਮੈਨੂੰ ਕੋਈ ਟੈਨਸ਼ਨ ਨਹੀਂ ਹੈ। ਖਾਸੇ ਦੀ ਟੈਨਸ਼ਨ ਸਿਰਫ ਕ੍ਰੀਏਟਿਵ ਟੈਨਸ਼ਨ ਹੁੰਦੀ ਹੈ ਵੀ ਕੋਈ ਵਧੀਆ ਚੀਜ਼ ਕਿਉਂ ਨਹੀਂ ਲਿਖੀ ਜਾ ਰਹੀ। ਨਹੀਂ ਤੇ ਮੈਨੂੰ ਤੇ ਮਤਲਬ ਮੈਂ ਛੇਕੀ ਜੀ ਮਾਰਦਾ, ਮੈਨੂੰ ਤਾਂ ਲੋਕ ਉਡੀਕਦੇ ਰਹਿੰਦੇ ਵੀ ਇਹ ਆਊਗਾ, ਕੋਈ ਗੱਲਾਂ ਨਾ ਯਾਦ ਸੁਣਾਊਗਾ, ਸਾਡੀ ਟੈਨਸ਼ਨ ਘਟੂਗੀ। ਸੋ ਇਹ ਗੱਲ ਮੈਨੂੰ ਵੀ ਵਧੀਆ ਲੱਗੀ ਕਿ ਗਰਗ ਸਾਹਿਬ ਕਹਿੰਦੇ ਹੈਗੇ ਕਿ ਮੈਂ ਹਲੇ ਕੁਛ ਚੰਗਾ ਲਿਖਣ ਦੀ ਕੋਸ਼ਿਸ਼ ਹੈ। ਇਸ ਮਾਹੌਲ ਦੇ ਅੰਦਰ ਉੱਥੇ ਜਾ ਕੇ ਵੀ ਸਟੱਡੀ ਕਰਨੀ ਹੈ, ਉੱਥੇ ਜਾ ਕੇ ਵੀ 4 ਘੰਟੇ ਕੰਮ ਕਰਨਾ ਹੈ, ਕਿ ਇਸ ਮਾਹੌਲ ਦੇ ਅੰਦਰ ਲੇਖ ਉੱਭਰ ਸਕਦਾ ਹੈ, ਇਸ ਮਾਹੌਲ ਦੇ ਵਿੱਚੋਂ ਪਾਰ ਜਾ ਸਕਦਾ ਹੈ? ਕਿਉਂਕਿ ਅੱਜ ਕੱਲ ਤਾਂ +2 ਦੇ ਵਿੱਚ ਪੈਰ ਰੱਖਿਆ ਤੇ ਨਜ਼ਰਾਨਾ ਲਾ ਲਿਆ ਵੀ 7 ਬੈਂਡ, ਔਰ ਉਸ ਤੋਂ ਬਾਅਦ 7 ਬੈਂਡ ਲੈ ਕੇ ਤੇ ਫਿਰ ਕੀ ਕਰਨਾ? ਫਿਰ ਕੋਈ ਮੁੰਡਾ ਲੱਭਣਾ ਕਿ ਜਿਹੜਾ ਮੇਰਾ ਖਰਚਾ ਕਰ ਸਕੇ। ਹੈ ਜੀ, ਧਿਆਨ ਉੱਧਰ ਚਲਾ ਗਿਆ, ਉਹ ਹੋ ਗਿਆ ਕੰਮ ਹੋ ਗਿਆ ਤੇ ਕੈਨੇਡਾ ਚਲੀ ਗਈ ਬੱਚੀ ਜਾਂ ਬੱਚਾ ਚਲਾ ਗਿਆ, ਉੱਥੇ ਜਾ ਕੇ ਸਟੱਡੀ ਹੋ ਗਈ। ਹੁਣ ਸਟੱਡੀ ਦੇ ਵਿੱਚ ਫਿਰ ਕੰਮ ਹੋ ਗਿਆ। ਇਸ ਦਰਮਿਆਨ ਲੇਖਕ ਕਿਵੇਂ ਪੈਦਾ ਹੋ? ਇਸ ਦੌਰਾਨ ਸਰ, ਇਸ ਦੌਰਾਨ ਤੇ ਆਪਾਂ ਲੇਖਕ ਪੈਦਾ ਕਰਨਾ ਹੀ ਨਹੀਂ। ਇਸ ਦੌਰਾਨ ਤੇ ਦੇਖੋ ਪਤਾ ਕੀ ਹੈ, ਬਹੁਤ ਸਾਰੇ ਲੇਖਕ, ਕੋਈ ਜੰਮਦਾ ਲੇਖਕ ਤੇ ਹੋਇਆ ਹੀ ਨਹੀਂ ਵੀ ਜਿਹੜਾ ਕੋਈ ਚੌਥੀ 'ਚ ਪੜ੍ਹਦਾ ਹੋਵੇ ਤੇ ਦਵਾ ਉਹ ਰਾਮਾਇਣ ਲਿਖ ਹੋਵੇ ਜਾਂ ਕੋਈ ਹੋਰ ਲਿਖ ਹੋਵੇ। ਇਹਦੇ ਇਹਨਾਂ ਦਾ ਕ੍ਰੀਏਟਿਵ ਪੀਰੀਅਡ ਹੈ, ਪ੍ਰੋਫੈਸ਼ਨਲ ਪੀਰੀਅਡ ਹੈ। ਇਸ ਪ੍ਰੋਫੈਸ਼ਨਲ ਪੀਰੀਅਡ ਚੋਂ ਲੰਘ ਕੇ ਗਾਂ ਸ਼ਾਦੀ ਕਰਾਉਣਗੇ, ਵਿਆਹ ਕਰਨਗੇ, ਬੱਚੇ ਹੋਣਗੇ। ਮੈਂ 33-34 ਸਾਲ ਦੀ ਉਮਰ 'ਚ ਲਿਖਣਾ ਸ਼ੁਰੂ ਕੀਤਾ ਸੀ। ਉਸ ਵੇਲੇ ਬੱਚਿਆਂ ਕੋਲੇ 11ਵੀਂ 12ਵੀਂ ਤਾਂ ਹਲੇ ਇਹਨਾਂ ਨੇ ਪੜ੍ਹਾਈ ਕਰਕੇ ਕੁਝ ਰੁਜ਼ਗਾਰ ਦੇ ਕਾਬਲ ਹੋਣਾ। ਜਦੋਂ ਰੁਜ਼ਗਾਰ ਦੇ ਕਾਬਲ ਹੋ ਗਏ ਫਿਰ ਲਿਖਣ ਲੁਖਣ ਦੀ ਗੱਲ ਇਹਨਾਂ ਦੇ ਦਿਮਾਗ 'ਚ ਆਉਣੀ ਸ਼ੁਰੂ ਹੋ ਗਈ। ਔਰ ਉਹ ਮੇਰਾ ਖਿਆਲ ਹੈ 25, 26, 27, 28, 30 ਸਾਲ ਦੀ ਉਮਰ 'ਚ ਬੰਦਾ ਲਿਖਣ ਲੁਖਣ ਬਾਰੇ ਜੇ ਉਹਦੇ 'ਚ ਕ੍ਰੀਏਟਿਵਨੈਸ ਹੈਗੀ ਹੈ ਫਿਰ ਸੋਚਦਾ। ਸਾਰੇ ਤਾਂ ਸੋਚਦੇ ਹੀ ਨਹੀਂ, ਸਾਰੇ ਤਾਂ ਫਿਰ ਉੱਥੇ ਹੁਣ ਇਹ ਹੈ ਵੀ ਮੁੰਡੇ ਜਾਂਦੇ ਆ। ਮੈਂ ਵੀ 7-8 ਸਾਲ ਉੱਥੇ ਅਮਰੀਕਾ ਰਿਹਾ ਤੇ ਮੁੰਡੇ ਉੱਥੇ ਜਾਂਦੇ ਆ, ਆਪਣਾ ਕੰਮ ਧੰਦਾ ਕਰਦੇ ਆ। ਸ਼ਾਮ ਨੂੰ ਉਹ ਵੱਡੀ 4 ਜਣੇ ਰਹਿੰਦੇ ਆ ਤਾਂ ਵੱਡੀ ਬੋਤਲ ਬਲੈਕ ਲੈਵਲ ਦੀ ਲਿਆ ਮੰਗਵਾ ਲੈਂਦੇ ਆ ਤੇ ਆਰਾਮ ਨਾਲ ਪੀਂਦੇ ਆ ਤੇ ਆਪਣਾ
ਆਪਣੇ ਮੁਲਕ ਨੂੰ ਗਾਲ ਕੱਢਦੇ ਆ ਵੀ ਸਾਨੂੰ ਕੱਢਦਾ ਹੈ, ਉਦੋਂ ਫਿਰ ਉਹ ਲਿਖਣ ਬਾਰੇ ਸੋਚਣਗੇ। ਜਿੰਨੇ ਵੀ ਲੇਖਕ ਸਾਡੇ ਬਾਹਰ ਬੈਠੇ ਆ ਉਹ ਸਾਰੇ ਜ਼ਿਆਦਾ ਬੁੱਢੇ ਹੋ ਕੇ ਲਿਖਣ ਲੱਗੇ ਆ ਜਾਂ ਫਿਰ 30 35 40 50 ਸਾਲ ਦੀ ਉਮਰ 'ਚ ਜਾ ਕੇ ਉਹਨਾਂ ਨੇ ਕਿਤਾਬਾਂ ਲਿਖੀਆਂ। ਇਹ ਤਾਂ ਸਾਡੇ ਇਹਨਾਂ ਦਾ ਬੱਚਿਆਂ ਦਾ ਸਮਝ ਲਓ ਕਰੜਾ ਪੀੜ ਹੈ। ਤੇ ਇਸੇ ਅਨੁਭਵ ਨੇ ਇਹ ਜੋ ਬਹੁਤ ਸਾਰੇ ਬੱਚੇ ਜਿਹੜੇ ਉੱਥੇ ਜਾਣਗੇ ਉਹਨਾਂ ਨੂੰ ਕਿਹੋ ਜਿਹਾ ਅਨੁਭਵ ਪ੍ਰਾਪਤ ਹੁੰਦਾ, ਕਿਵੇਂ ਉਹ ਉੱਥੇ ਸੈੱਟ ਹੁੰਦੇ ਆ, ਕਿਸ ਤਰ੍ਹਾਂ ਉਹ ਕੋਈ ਮੁਹੱਬਤ 'ਚ ਪੈ ਜਾਂਦੇ ਆ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਕੋਈ ਦੋਸਤ ਮਿਲਦਾ ਹੈ ਜਾਂ ਦੋਸਤ ਮਿਲਦੀ ਹੈ। ਇਹ ਸਾਰੀਆਂ ਗੱਲਾਂ ਜਦੋਂ ਉਹਨਾਂ ਦੇ ਜੀਵਨ 'ਚ ਹੋਣਗੀਆਂ, ਇਕੱਠੀਆਂ ਹੋਣਗੀਆਂ, ਤੇ ਫਿਰ ਲਿਖਣ ਵੱਲ ਜੇ ਰੁਝਾਨ ਹੋਇਆ, ਜੇ ਪੜ੍ਹਦੇ ਰਹੇ, ਜੇ ਕੁਝ ਥੋੜਾ ਬਹੁਤ ਪੜ੍ਹਦੇ ਰਹੇ, ਸਾਹਿਤ ਨਾਲ ਜੁੜੇ ਰਹੇ, ਫਿਰ ਇਹ ਲਿਖਣ ਵੱਲ ਸੋਚਣ। ਸੋ ਸਾਡੇ ਵਿਚਕਾਰ ਇੱਕ ਹੋਰ ਸ਼ਖਸੀਅਤ ਸਰਦਾਰ ਬਲਦੇਵ ਸਿੰਘ ਜੀ ਸਰਗਨਾਮਾ ਨੇ ਯੂਥ ਫੈਸਟੀਵਲ ਹੋਇਆ ਤੇ ਇੱਕ ਨਾਟਕ ਕਰਵਾਇਆ ਸੀ, ਆਪਣੇ ਸ਼ੌਂਕ ਹੈ ਤਾਂ ਉਹ ਸਰਦਾਰ ਬਲਦੇਵ ਸਿੰਘ ਜੀ ਹੋਰਾਂ ਦਾ ਲਿਖਿਆ ਸੀ ਮਿੱਟੀ ਰੁਦਨ ਕਰੇ। ਧਰਤੀ ਨਾਲ ਜੁੜੇ ਪੇਂਡੂ ਸੱਭਿਆਚਾਰ ਨੂੰ ਸਮਝਦੇ ਔਰ ਉਹਨਾਂ ਗਲੀਆਂ ਦੇ ਬਾਰੇ ਲਿਖਦੇ ਨਾਟਕ ਲਿਖੇ। ਮੈਂ ਪਹਿਲੀ ਵਾਰੀ ਇਹਨਾਂ ਨੇ ਨਾਟਕ ਲਿਖਿਆ ਬੀਇੰਗ ਐਨ ਆਰਟਿਸਟ, ਸੋਨੇ ਦਾ ਸਰਗਨਾਮਾ ਇਹਨਾਂ ਦਾ ਨਾਮ ਇਸ ਕਰਕੇ ਪਿਆ ਕਿਉਂਕਿ ਇਹਨਾਂ ਨੇ ਆਪਣੀ ਇੱਕ ਜ਼ਿੰਦਗੀ ਦੇ ਵਿੱਚ ਇਹਨਾਂ ਦੀ ਜਿਹੜੀ ਜਰਨੀ ਸੀ ਉਹਦੇ ਬਾਰੇ ਵੀ ਲਿਖਿਆ ਔਰ ਆਪਣੀ ਕਲਕੱਤੇ ਤੋਂ ਚੱਲਦੀ ਹੋਈ ਜ਼ਿੰਦਗੀ, ਫਿਰ ਹੌਲੀ ਹੌਲੀ ਪਿੱਛੇ ਵੱਲ ਮੁੜਦੀ ਹੋਈ ਜ਼ਿੰਦਗੀ, ਉਹਦੇ ਬਾਰੇ ਇਹਨਾਂ ਨੇ ਸਾਨੂੰ ਉਹਦੇ ਵਿੱਚ ਲਿਖ ਕੇ ਦੱਸਿਆ। ਪੰਜਾਬੀ ਸਾਹਿਤ ਦੇ ਵਿੱਚ ਸਭ ਤੋਂ ਮਹਿੰਗਾ ਪੁਰਸਕਾਰ ਇਹਨਾਂ ਨੇ ਪ੍ਰਾਪਤ ਕੀਤਾ। ਇਹਨਾਂ ਨੂੰ ਸਨਮਾਨ ਮਿਲਿਆ, ਸਾਨੂੰ ਸਨਮਾਨ ਮਿਲਿਆ ਕਿਉਂਕਿ ਅਸੀਂ ਮੋਗੇ ਨੂੰ ਬਿਲੋਂਗ ਕਰਦੇ ਹਾਂ ਔਰ ਜਦੋਂ ਮੋਗੇ ਦਾ ਨਾਮ ਆਉਂਦਾ ਹੈ ਤੇ ਐਸੀਆਂ ਸ਼ਖਸੀਅਤਾਂ ਗਰਗ ਸਾਹਿਬ ਜਿਵੇਂ KL ਕਪੂਰ ਜੀ ਦਾ ਨਾਮ ਲੈਂਦੇ ਸੀ, ਉਹ DM ਕਾਲਜ ਦੇ ਪ੍ਰਿੰਸੀਪਲ ਵੀ ਰਹੇ ਨੇ। ਸੋ ਮੈਂ ਰਿਕਵੈਸਟ ਕਰਾਂਗਾ ਸਰਦਾਰ ਬਲਦੇਵ ਸਿੰਘ ਜੀ ਨੂੰ। ਮੈਂ DM ਕਾਲਜ ਮੋਗਾ ਦਾ ਤੇ ਭਾਸ਼ਾ ਵਿਭਾਗ ਮੋਗਾ ਦਾ ਧੰਨਵਾਦੀਆਂ ਵੀ ਉਹਨਾਂ ਨੇ ਅੱਜ ਇੰਨੀਆਂ ਚੰਗੀਆਂ ਗੱਲਾਂ ਕੇਲ ਕਰਕੇ ਤੋਂ ਸੁਣਨ ਦਾ ਮੌਕਾ ਦਿੱਤਾ ਹੈ। ਜਿੰਨਾ ਚਿਰ ਮੈਂ ਇੱਥੇ ਬੈਠਾ ਰਿਹਾ ਮੈਨੂੰ ਇਹੀ ਯਾਦ ਆਉਂਦਾ ਰਿਹਾ ਵੀ ਮੈਂ ਇੱਥੇ 4 ਸਾਲ ਇਸੇ ਕਾਲਜ ਚ ਗੁਜ਼ਾਰੇ ਨੇ। ਇੱਥੋਂ BA ਕੀਤੀ ਇਸ ਕਾਲਜ ਚ। ਪੁਰਾਣਾ ਸਟੂਡੈਂਟ ਹੈ ਔਰ ਤੁਹਾਨੂੰ ਵੇਖ ਕੇ ਯਾਦ ਆ ਰਿਹਾ ਸੀ ਆਪਣੇ ਉਹ ਵੇਲੇ ਕਦੇ ਅਸੀਂ ਐਂ ਵੀ ਉਦੋਂ ਇਹ ਹਾਲ ਨਹੀਂ ਸੀ ਹੁੰਦਾ, ਉਹੀ ਹਾਲ ਹੁੰਦਾ ਸੀ ਜਿਹੜਾ ਕਰ ਲੈ ਜਿੱਥੇ ਸ਼ਾਇਦ ਕੋ ਪ੍ਰਦਰਸ਼ਨੀ ਲੱਗੀ ਹੋਈ ਹੈ। ਇੱਕ ਗੱਲ ਮੈਂ ਰੋਹਿਤ ਸਾਹਿਬ ਨੂੰ ਜ਼ਰੂਰ ਕਹਿਣਾ ਚਾਹੁੰਦਾ ਵੀ ਆਈ ਜਿੱਥੇ ਤੇ ਬੜੇ ਖਬਰਾਂ ਨੇ ਉਹ ਤੁਸੀਂ ਬਾਤ ਦੇ ਦਰਿਆ ਨਾਵਲ ਪੜ੍ਹ ਲਿਓ, ਪੜ੍ਹਿਆ ਕਰੋ ਬਸ ਮੈਗਜ਼ੀਨ ਪੜ੍ਹ ਲਿਆ ਕਰੋ, ਮੌਕੇ ਦੇ ਕਿਤਾਬਾਂ ਜਿਹੜੀਆਂ ਕਰਾਂਦੇ ਨੇ ਉਹ ਪੜ੍ਹ ਲਿਆ ਕਰੋ, ਤੁਹਾਨੂੰ ਪਤਾ ਲੱਗ ਜਾਊਗਾ ਕਿ ਵੀ ਲੇਖਕ ਕਿੰਨਾ ਕੁ ਜੁੜੇ ਹੋਏ ਨੇ ਇਹ ਸਾਰੀ ਸਮੱਸਿਆ ਦੇ ਨਾਲ। ਪੜ੍ਹਿਆ ਕਰੋ। ਗਰਗ ਸਾਹਿਬ ਨੇ ਗੱਲ ਕੀਤੀ ਸੀ, ਬਹੁਤ ਵਧੀਆ ਗੱਲਾਂ ਕੀਤੀਆਂ ਨੇ। ਸਾਡੇ ਕੋਲੇ ਮੋਗੇ ਸ਼ਹਿਰ ਦਾ ਮਾਣ ਤਾਂ ਹੈ ਹੀ ਹੈ, ਪੂਰੇ ਪੰਜਾਬ ਦਾ ਮਾਣ ਨੇ। ਨਿਰੰਤਰ ਲਿਖਣ ਵਾਲੇ KL 80-85 ਕਿਤਾਬਾਂ ਦਾ ਕਿਤਾਬਾਂ ਹੋ ਚੁੱਕੀਆਂ ਨੇ ਔਰ ਵਿਅੰਗ ਸਾਹਿਤ ਨੂੰ ਜਿਉਂਦਾ ਰੱਖਣ ਵਾਲੇ ਅੱਜ ਦੇ ਇਸ ਮੌਜੂਦਾ ਸਮੇਂ ਵਿੱਚ KL ਗਰਗ ਨੇ। ਔਰ ਕੱਲਾ ਸਿਰਫ ਜਿਉਂਦਾ ਨਹੀਂ ਰੱਖਿਆ, ਆਪਣੇ ਪਿੱਛੇ ਆਉਣ ਵਾਲੇ ਅਗਲੀ ਪੀੜ੍ਹੀ ਦੇ ਨੌਜਵਾਨ ਜਿਹੜੇ ਜੰਗ ਲੇਖਕ ਨੇ ਉਹਨਾਂ ਨੂੰ ਨਾਲ ਪੈਦਾ ਕਰ ਰਹੇ ਨੇ। ਇਹ ਬਹੁਤ ਵੱਡੀ ਗੱਲ ਹੈ। ਆਪ ਤਾਂ ਲਿਖਦੇ ਹੀ ਨੇ, ਨਾਲ ਇੱਕ ਆਪਣੀ ਟੀਮ ਤਿਆਰ ਕਰ ਰਹੇ ਨੇ ਵੀ ਜੇ ਕਿਸੇ ਨੇ ਸਦਾ ਨਹੀਂ ਰਹਿਣਾ ਹੁੰਦਾ ਪਰ ਲੇਕਿਨ ਸਾਡੇ ਪਿੱਛੇ ਕੋਈ ਆ ਰਿਹਾ ਹੈ ਉਸ ਨੂੰ ਸਰਵਾਈਵ ਰੱਖਣ ਲਈ। ਇਹਦਾ ਮਤਲਬ ਹੈ ਵੀ ਅਸੀਂ ਤਾਂ ਹੀ ਵੱਡੇ ਆ ਕਿ ਸਾਡੇ ਪਿੱਛੇ ਛੋਟੇ ਆ ਰਹੇ ਨੇ, ਉਹ ਸਾਨੂੰ ਜਿਉਂਦਾ ਰੱਖਣਗੇ। ਇਹ ਬਹੁਤ ਵੱਡੀ ਇਹਨਾਂ ਦੀ ਜਿਹੜੀ ਹੈ ਪ੍ਰਸ਼ੰਸਾ ਵਾਲੀ ਗੱਲ ਹੈ ਵੀ ਨਾਲ ਇੱਕ ਬਹੁਤ ਵਧੀਆ ਟੀਮ ਔਰ ਵੱਡੀ ਗਿਣਤੀ ਵਿੱਚ ਟੀਮ ਤਿਆਰ ਕੀਤੀ ਹੈ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਫੰਕਸ਼ਨਾਂ ਵਿੱਚ ਇੱਥੇ ਲੋਕ। ਇੱਕ ਇਹਨਾਂ ਨੇ ਮਹਾਭਾਰਤ ਰਾਮਾਇਣ ਦੀ ਗੱਲ ਕੀਤੀ ਸੀ ਵੀ ਉਹ ਕਈ ਵਾਰੀ ਉਹ ਤੀਰ ਜਿਹੜਾ ਆਪਣੇ ਵੱਲ ਹੀ ਮੁੜ ਆਉਂਦਾ ਹੈ। ਮੈਂ ਇੱਕ ਬੜੀ ਛੋਟੀ ਜਿਹੀ ਦਿਲਚਸਪ ਗੱਲ ਸੁਣਾਉਣਾ ਵੀ ਵਿਅੰਗ ਲੇਖ ਜਾਂ ਵਿਅੰਗ ਲਿਖਣਾ ਬਹੁਤ ਖਤਰਨਾਕ ਹੈ। ਵਿਅੰਗ ਲੇਖਕ ਸਦਾ ਖਤਰੇ 'ਚ ਰਹਿੰਦਾ ਇੱਕ ਤਰ੍ਹਾਂ ਦਾ। ਹੁਣ ਪਤੀ ਪਤਨੀ ਬੈਠੇ ਨੇ,
ਵਿਆਹ ਹੋਏ ਨੂੰ 25-26 ਸਾਲ ਹੋ ਗਏ ਆ, ਉਹਦੀ ਵਰ੍ਹੇਗੰਢ ਮਨਾ ਰਹੇ ਆ, ਬਹੁਤ ਖੁਸ਼ ਹੈ ਪਤਨੀ। ਹੁੰਦਾ ਕਿਵੇਂ ਆ, ਜਿਵੇਂ ਉਲਟਾ ਵਾਰ ਕਿਵੇਂ ਹੁੰਦਾ ਹੈ। ਪਤਨੀ ਪੁੱਛਦੀ ਹੈ ਮੂਡ ਵਿੱਚ ਆਈ, ਜਦੋਂ ਜੀ ਬੰਦਾ ਮਰਦਾ ਹੈ ਉਹਨੂੰ ਉੱਤੇ ਜਾ ਕੇ ਕੀ ਮਿਲਦਾ ਹੈ? ਉਹ ਬੜਾ ਚੌੜਾ ਹੋ ਕੇ ਉਹਨੇ ਕਿਹਾ ਉੱਤੇ ਜਾ ਕੇ ਮਿਲਦੀਆਂ ਹੂਰਾਂ। ਉਹ ਬੜੀ ਹੈਰਾਨ ਜਿਹੀ, ਅੱਛਾ। ਕਹਿੰਦੀ ਜੀ ਜਦੋਂ ਫਿਰ ਔਰਤ ਮਰਦੀ ਆ ਉਹਨੂੰ ਉੱਤੇ ਜਾ ਕੇ ਕੀ ਮਿਲਦਾ ਹੈ? ਕਹਿੰਦੀ ਉਹਨੂੰ ਉੱਤੇ ਜਾ ਕੇ, ਬੰਦਾ ਕਹਿੰਦਾ ਉਹਨੂੰ ਉੱਤੇ ਜਾ ਕੇ ਮਿਲਦੇ ਆ ਬਾਂਦਰ। ਉਹ ਵਿਚਾਰੀ ਢਲਾਈ ਮੂੰਹ ਕਰ ਕਹਿੰਦੀ ਫਿਰ ਤਾਂ ਧਰਮਰਾਜ ਨੇ ਬੜੀ ਬੇਇਨਸਾਫੀ ਕੀਤੀ ਹੈ, ਤੁਹਾਨੂੰ ਤਾਂ ਉੱਤੇ ਵੀ ਹੂਰਾਂ ਆਪਦੇ ਵੱਲ ਇਸ਼ਾਰਾ ਕਰਕੇ ਕਿ ਇੱਥੇ ਵੀ ਹੂਰਾਂ ਤੇ ਸਾਨੂੰ ਉੱਤੇ ਵੀ ਬਾਂਦਰ, ਇੱਥੇ ਵੀ ਬਾਂਦਰ। ਇਸ ਤਰ੍ਹਾਂ ਆਪਣਾ ਵਾਰ ਜਾਣਾ ਕਿ ਮੇਰੀ ਆਪ ਵੀ ਜ਼ਖਮੀ ਬੰਦਾ, ਉਹ ਕੌਣ ਬੰਦਾ ਤਾਂ ਬੰਦਾ ਹੀ ਗੱਲ ਵੀ ਮੇਰੇ ਉਲਟ ਪੈ ਗਈ। ਕਈ ਵਾਰੀ ਇਸ ਤਰ੍ਹਾਂ ਬੜੀ ਖਤਰਨਾਕ ਗੱਲ ਵਿਅੰਗ ਨੂੰ ਬੜਾ ਹੁਸ਼ਿਆਰ ਰਹਿਣਾ ਪੈਂਦਾ। ਬਹੁਤ ਵੱਡੀ ਗੱਲ ਹੈ ਕਿ ਜਦੋਂ ਇਸ ਤਰ੍ਹਾਂ ਸੋਚ ਸਮਝ ਕੇ ਜਿਹੜਾ ਅਣਸਿੱਖਿਆ ਵਿਅੰਗਕਾਰ ਹੈ ਉਹ ਕਈ ਵਾਰੀ ਆਪ ਹੀ ਜ਼ਖਮੀ ਹੋ ਜਾਂਦਾ ਹੈ। ਇਸ ਗੱਲ ਤੋਂ ਬਹੁਤ ਖਿਆਲ ਰੱਖਣ ਦੀ ਗੱਲ ਹੈ। ਸੋ ਅੱਜ ਬਹੁਤ ਖੂਬਸੂਰਤ ਗੱਲਾਂ ਸੁਣਨ ਦਾ ਮੌਕਾ ਮਿਲਿਆ ਔਰ ਬਹੁਤ ਸਮਝਦਾਰ ਹੈ ਕੇਲਕਰ ਸਾਹਿਬ। ਅਜੇ ਤੱਕ ਉਹਨਾਂ ਤੇ ਕੋਈ ਇਸ ਤਰ੍ਹਾਂ ਸੈਲਫ ਗੋਲ ਨਹੀਂ ਹੋਇਆ ਔਰ ਬੜਾ ਅੱਛਾ ਸਮਝ ਕੇ 20-25 ਕਿਤਾਬਾਂ ਲਿਖੀਆਂ ਨੇ। ਔਰ ਇੱਕ ਜ਼ਰੂਰ ਜਿਹੜੀ ਗੱਲ ਮੈਨੂੰ ਚੁਭੀ ਹੈ ਕਿ ਵਿਦਿਆਰਥੀਆਂ ਨੇ ਬਹੁਤ ਘੱਟ ਸਵਾਲ ਕੀਤੇ ਨੇ। ਜੇ ਸਵਾਲ ਨਹੀਂ ਕਰੋਗੇ ਤੁਸੀਂ ਜ਼ਰੂਰ ਇਹ ਆਦਤ ਪਾਓ, ਚਾਹੇ ਕਿਹੋ ਜਿਹਾ ਵੀ ਸਵਾਲ ਪੁੱਛੋ। ਇੱਥੇ ਕਿਰਪਾਲ ਸਾਗਰ ਪ੍ਰੋਫੈਸਰ ਹੁੰਦੇ ਸੀ ਜਿਹਨਾਂ ਤੋਂ ਮੈਂ ਪੜ੍ਹਿਆ ਪੰਜਾਬੀ 'ਚ, ਉਹ ਮੈਨੂੰ ਕਹਿੰਦੇ ਹੁੰਦੇ ਸੀ ਕਿ ਸਵਾਲ ਜ਼ਰੂਰ ਪੁੱਛਣਾ, ਜੇ ਨਹੀਂ ਕਿਸੇ ਨਾਲ ਗੱਲ ਕਰਨਾ ਕੰਧਾਂ ਨਾਲ ਗੱਲ ਕਰਕੇ ਦੇਖ ਲਓ, ਤਾਂ ਮੂੰਹ ਕਰਕੇ ਸਵਾਲ ਕਰੋ, ਰੱਬ ਭਾਵੇਂ ਜਵਾਬ ਦੇਵੇ ਨਾ ਦੇਵੇ, ਸਵਾਲ ਕਰਨ ਦੀ ਜ਼ਰੂਰ ਆਦਤ ਪਾਓ। ਇਹ ਇੱਕ ਮੇਰੀ ਮਿਹਰਬਾਨੀ, ਸ਼ੁਕਰੀਆ। ਸਾਡੇ ਕੋਲੇ ਸਾਡੇ ਇੱਕ ਅੱਜ ਦੇ ਗੈਸਟ ਸਰਦਾਰ ਗੁਰਬੀਰ ਸਿੰਘ ਜੀ ਅਵੇਲੇਬਲ ਨੇ। ਉਹ ਇੱਥੋਂ ਦੇ ਵਿਦਿਆਰਥੀ ਨੇ, ਗੱਤ ਸਾਹਿਬ ਦੇ ਵੀ ਵਿਦਿਆਰਥੀ ਨੇ ਔਰ ਤੁਹਾਡੇ ਨਾਲ ਉਹ ਆਪਣੇ 2 ਮਿੰਟ ਜਿਹੜੇ ਹੈਗੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਨੇ। ਮੈਂ ਉਹਨਾਂ ਨੂੰ ਰਿਕਵੈਸਟ ਕਰਾਂਗਾ ਪਲੀਜ਼। ਬਹੁਤ ਹੀ ਸਤਿਕਾਰਯੋਗ ਭਵਿੱਖ ਦੇ ਸੁਨਹਿਰੀ ਸੁਪਨੇ ਦੇਖ ਰਹੇ ਵਿਦਿਆਰਥੀ ਸਾਥੀਓ, ਕਦੇ ਅਸੀਂ ਵੀ ਤੁਹਾਡੇ ਵਾਂਗ ਇਹਨਾਂ ਬੈਂਚਾਂ ਤੇ ਬੈਠ ਕੇ ਇਸੇ ਕਾਲਜ ਵਿੱਚ ਸੁਨਹਿਰੀ ਸੁਪਨੇ ਦੇਖੇ ਸੀ ਤੇ ਇਸੇ ਕਾਲਜ ਵਿੱਚ ਮੈਂ ਕਾਲਜ ਮੈਗਜ਼ੀਨ ਦਾ ਸੰਪਾਦਕ ਵੀ ਰਿਹਾ ਸੀ, ਹਾਕੀ ਦਾ ਖਿਡਾਰੀ ਵੀ ਰਿਹਾ ਸੀ ਤੇ ਯੂਨੀਵਰਸਿਟੀ ਤੱਕ ਟਰਾਫੀਆਂ ਇਸ ਕਾਲਜ ਨੂੰ ਮੈਂ ਦਿੱਤੀਆਂ। 400 ਮੀਟਰ ਦੀ ਦੌੜ ਦਾ ਮੈਂ ਦੌੜਾਕ ਸੀ ਤੇ ਜਦੋਂ ਮੈਂ ਇਸ ਕਾਲਜ ਵਿੱਚੋਂ ਡਿਗਰੀ ਕਰਕੇ ਗਿਆ ਸੀ ਤਾਂ ਮੇਰੇ ਨਾਲ ਮੇਰਾ ਇੱਕ ਪੈਰ ਨਾਲ ਨਹੀਂ ਸੀ, ਦੂਜਾ ਪੈਰ ਕੌਣ ਬਣਿਆ? ਇੱਥੇ ਗੱਲ ਕਹਾਂਗਾ ਕਿ ਦੂਸਰਾ ਪੈਰ ਸਾਹਿਤ ਬਣਿਆ। ਤੁਸੀਂ ਸਾਹਿਤ ਨਾਲ ਜੁੜੋ, ਕਿਉਂਕਿ ਇਹ ਜ਼ਰੂਰੀ ਨਹੀਂ ਕਿ ਬੰਦਾ ਗ੍ਰਸਤੀ ਜੀਵਨ ਤੋਂ ਬਾਅਦ ਜ਼ਿੰਮੇਵਾਰੀਆਂ ਨਿਭਾਉਣ ਤੋਂ ਬਾਅਦ ਲੇਖਕ ਬਣੇ। ਅਸੀਂ ਇੱਥੇ ਯੂਨੀਅਨ ਦੇ ਵਿੱਚ ਕੰਮ ਕਰਦਿਆਂ ਹੋਇਆਂ ਜਾਂ ਕਾਲਜ ਮੈਗਜ਼ੀਨ ਦੇ ਸੰਪਾਦਕ ਹੁੰਦੇ ਹਨ ਜਦੋਂ ਕਿ ਮੈਡਮ HK ਗੱਲ ਹੁੰਦੇ ਸੀ, ਉਸ ਸਮੇਂ ਮੈਂ ਲਗਾਤਾਰ 3 ਸਾਲ ਇਸ ਮੈਗਜ਼ੀਨ ਦਾ ਵਿਦਿਆਰਥੀ ਸੰਪਾਦਕ ਰਹੇ ਹਾਂ। ਅਸੀਂ ਲਿਖਦੇ ਵੀ ਰਹੇ ਹਾਂ ਤੇ ਸਟੇਜਾਂ ਤੇ ਨਾਟਕ ਵੀ ਕਰਦੇ ਰਹੇ ਹਾਂ। ਗੁਰਸ਼ਰਨ ਭਾਜੀ ਆਉਂਦੇ ਸੀ ਜਾਂ ਮੈਂ ਪੋਲੀਟੀਕਲ ਸਿੰਪੋਜ਼ੀਅਮ ਦੇ ਵਿੱਚ ਵੀ ਪਰਮਜੀਤ ਸਾਹਿਬ ਇੱਥੇ ਹੁੰਦੇ ਸੀ। ਟਾਮਸ ਹਾਰਡੀ ਦੇ ਨਾਵਲ ਦਾ ਮੇਅਰ ਆਫ ਦੀ ਕਾਸਟਬ੍ਰਿਜ ਪੜ੍ਹੋ ਤੇ ਉਹਨਾਂ ਵਿੱਚੋਂ ਮੇਅਰ ਕਾਸਟ ਆਫ ਬ੍ਰਿਜ ਦਾ ਇਹ ਤੁਹਾਨੂੰ ਵਿੱਚ ਗੰਗ ਦਾ ਝੋਲਾ ਪਵੇਗਾ। ਅਸਲੀ ਇਨਸਾਨ ਦੀ ਕਹਾਣੀ ਪੜ੍ਹੋ, ਤੁਸੀਂ ਉਹਨਾਂ ਜੀਵਨ ਦੀਆਂ ਔਖੀਆਂ ਤੋਂ ਔਖੀਆਂ ਹਾਲਤਾਂ ਵਿੱਚ ਜਦੋਂ ਮਨੁੱਖ ਚਾਹੁੰਦਾ ਹੈ ਕਿ ਮੈਂ ਮਰ ਜਾਏ, ਤੂੰ ਮੇਰੇ ਕੋਲ ਕੋਈ ਰਾਹ ਨਹੀਂ ਹੈ, ਤਾਂ ਸਾਹਿਬ ਤੁਹਾਡੀ ਉਂਗਲ ਫੜ ਕੇ ਬਾਹਰ ਕੱਢੇਗਾ। ਇੱਕ ਬਾਤਕ ਹੁੰਦੀ ਹੈ, ਉਹ ਛੱਪੜ ਦੇ ਵਿੱਚ ਤੈਰਦੀ ਹੈ ਪਰ ਉਹਦੇ ਖੰਭ ਅਭਿੱਜ ਰਹਿੰਦੇ ਆ, ਸਾਫ਼ ਰਹਿੰਦੇ ਆ। ਉਸੇ ਤਰ੍ਹਾਂ ਜਿਹੜੇ ਸਾਡਾ ਸਮਾਜਿਕ ਵਰਤਾਰਾ ਹੈ ਜਾਂ ਸਿਸਟਮ ਹੈ ਜਾਂ ਸਟਰਕਚਰ ਹੈ, ਭਾਵੇਂ ਅਸੀਂ ਉਸ ਵਿੱਚ ਤੈਰ ਰਹੇ ਹਾਂ, ਜੇ ਉਹਦੇ ਵਿੱਚ ਡੁੱਬ ਗਏ ਤਾਂ ਡੁੱਬ ਗਏ। ਜੇ ਤੁਸੀਂ ਆਪਣੇ ਆਪ ਨੂੰ ਬਚਾਉਣਾ ਹੈ ਤਾਂ ਬਲਦੇਵ ਸਿੰਘ ਜੀ ਸੜਕਨਾਮਾ, ਜਿਨ੍ਹਾਂ ਦੀ ਕਿ ਸਤਲੁਜ ਵਹਿੰਦਾ ਰਿਹਾ ਭਗਤ ਸਿੰਘ ਬਾਰੇ ਕਿਤਾਬ, ਤੇ ਸ਼੍ਰੀ ਕੇਲਗੜ੍ਹ ਸਾਹਿਬ ਦੇ ਵਿਅੰਗ, ਜਿਹੜੇ ਕਿ ਉਹ ਤਖਲੀਕ ਸਮੇਂ ਵੀ ਬੁੱਲਾਂ ਤੇ ਮੁਸਕਰਾਹਟ ਲੈ ਆਉਂਦੇ ਸੀ, ਜਾਂ ਉਸ ਤੋਂ ਬਾਅਦ ਵੀ ਜਾਂ ਕਾਲਜ ਤੋਂ ਬਾਅਦ ਮੈਂ ਜਿਹੜਾ 3 ਸਾਲ ਹੈ ਉਹ ਫੌਜ ਨਾਲ ਤੁਰ ਕੇ ਮੈਂ ਇੱਥੋਂ ਗ੍ਰੈਜੂਏਸ਼ਨ ਕੀਤੀ ਹੈਗੀ ਹੈ। ਇਹ ਗੱਲ ਨਹੀਂ ਕਹਿੰਦਾ ਕਿ ਮੈਂ 24 ਕਿਤਾਬਾਂ ਮੈਂ ਪੰਜਾਬੀ ਸਾਹਿਤ ਵਿੱਚ ਲਿਖ ਚੁੱਕਾ,
ਅਤੇ ਇੱਕ ਕਿਤਾਬ ਨੂੰ ਭਾਸ਼ਾ ਵਿਭਾਗ ਪਟਿਆਲਾ ਨੇ ਸ਼੍ਰੋਮਣੀ ਸਾਹਿਤਕਾਰ ਦਾ ਭਾਈ ਵੀਰ ਸਿੰਘ ਦਾ ਪੁਰਸਕਾਰ ਮੇਰੀ ਕਿਤਾਬ ਨੂੰ ਦਿੱਤਾ ਹੈ, ਜਿਹੜੀ ਕਿ ਦੁਨੀਆ ਭਰ ਦੇ ਅੰਗਹੀਣਾਂ ਬਾਰੇ ਸਟੀਫਨ ਹਾਕਿੰਗ ਬਾਰੇ, ਜਿਹੜੇ ਕਿ ਬਿਲਕੁਲ ਜਿਨ੍ਹਾਂ ਨੇ ਬਲੈਕ ਹੋਲ ਦਾ ਸਿਧਾਂਤ ਦਿੱਤਾ, ਉਹਨਾਂ ਦੀ ਲਾਈਫ ਬਾਰੇ ਜਾਂ ਹੈਲਨ ਕੀਲਰ ਬਾਰੇ ਜਾਂ ਹੋਰਨਾਂ ਨੇ ਜਿਨ੍ਹਾਂ ਨੇ ਅੰਗਹੀਣਾਂ ਨੇ ਦੁਨੀਆ ਨੂੰ ਕੀ ਦਿੱਤਾ, ਕਿਹੋ ਜਿਹੇ ਵਿਗਿਆਨੀ ਦਿੱਤੇ, ਉਹਨਾਂ ਬਾਰੇ ਅਸੀਂ ਲਿਖਿਆ ਪੜ੍ਹਿਆ। ਘੱਟੋ ਘੱਟ ਜਿਉਂਦੇ ਜੀ ਮੁਰਦੇ ਨਾ ਬਣੋ, ਸਾਹਿਤ ਤੁਹਾਡੇ ਵਿੱਚ ਬੋਲਣ ਦੀ ਜੁਰਤ ਪੈਦਾ ਕਰੇਗੀ। ਤੁਸੀਂ ਮੇਰੀਆਂ ਗੱਲਾਂ ਨੂੰ ਸੁਣਿਆ, ਬਹੁਤ ਬਹੁਤ ਧੰਨਵਾਦ। ਸੋ ਮੈਂ ਰਿਕਵੈਸਟ ਕਰਾਂਗਾ ਡਾਕਟਰ ਅਜੀਤਪਾਲ ਜੀ ਨੂੰ ਕਿ ਸਾਡੇ ਆਏ ਹੋਏ ਮਹਿਮਾਨਾਂ ਨੂੰ, ਵਿਦਿਆਰਥੀਆਂ ਨੂੰ ਜੀ ਆਇਆਂ ਔਰ ਧੰਨਵਾਦ ਕਰਨ। ਭਾਸ਼ਾ ਵਿਭਾਗ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਸੀ ਅੱਜ ਦਾ ਇਹ ਸਮਾਗਮ ਸ਼੍ਰੀ ਕੇ.ਐਲ. ਗਰਗ ਜੀ ਨੂੰ ਮੁਕੰਮਲ ਤੌਰ ਤੇ ਸਮਰਪਿਤ ਸੀ, ਜਿਹਦੇ ਵਿੱਚ ਅਸੀਂ ਉਹਨਾਂ ਦੀਆਂ ਗੱਲਾਂ ਸੁਣੀਆਂ, ਉਹਨਾਂ ਨੂੰ ਬਹੁਤ ਨੇੜੇ ਤੋਂ ਜਾਣਿਆ ਔਰ ਅਸੀਂ ਸਰੋਤੇ ਬਣ ਕੇ ਇੱਥੇ ਵਿਰਾਜਮਾਨ ਰਹੇ। ਸੋ ਮੈਂ ਸਭ ਤੋਂ ਪਹਿਲਾਂ ਤਾਂ ਕੇ.ਐਲ. ਗਰਗ ਜੀ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇੰਨਾ ਕੀਮਤੀ ਵਕਤ ਸਾਨੂੰ ਦਿੱਤਾ ਔਰ ਖੁੱਲ੍ਹ ਕੇ ਸਾਡੇ ਨਾਲ ਗੱਲਾਂ ਕੀਤੀਆਂ। ਔਰ ਇਸ ਤੋਂ ਬਾਅਦ ਸਰਦਾਰ ਬਲਦੇਵ ਸਿੰਘ ਸੜਕਨਾਮਾ, ਜੋ ਕਿ ਸਾਡੇ ਸ਼੍ਰੋਮਣੀ ਸਾਹਿਤਕਾਰ ਨੇ, ਉਹਨਾਂ ਨੇ ਵੀ ਸਾਨੂੰ ਸਮਾਂ ਦਿੱਤਾ, ਉਹਨਾਂ ਦਾ ਵੀ ਵਿਸ਼ੇਸ਼ ਧੰਨਵਾਦ ਕਰਦੇ ਹਾਂ। ਸੋ ਇਹ ਦੋ ਹਸਤੀਆਂ ਸਾਡੇ ਇਲਾਕੇ ਦਾ ਮਾਣ ਹਨ। ਸਾਨੂੰ ਖੁਸ਼ੀ ਹੁੰਦੀ ਹੈ ਕਿ ਅਸੀਂ ਬੜੇ ਸੌਖੇ ਤਰੀਕੇ ਨਾਲ ਇਹਨਾਂ ਨੂੰ ਮਿਲ ਲੈਂਦੇ ਹਾਂ, ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਔਰ ਅਸੀਂ ਸਾਡਾ ਉਦੇਸ਼ ਹੀ ਸੀ ਕਿ ਇਹ ਜਿਹੜਾ ਸਮਾਗਮ ਹੈ ਨਿਰੋਲ ਰੂਬਰੂ ਸਮਾਗਮ ਹੋਊਗਾ, ਵਰਨਾ ਸਾਡੇ ਕੋਲ ਬੜੇ ਅੱਛੇ ਸ਼ਾਇਰ, ਬੜੇ ਅੱਛੇ ਹੋਰ ਬੁਲਾਰੇ ਇੱਥੇ ਵਿਰਾਜਮਾਨ ਨੇ, ਜਿਨ੍ਹਾਂ ਵਿੱਚ ਅਮਰਜੀਤ ਘੋੜੀਆ ਜੀ, ਚਰਨਜੀਤ ਸਮਾਲ ਸਰ, ਗੁਰਦੇਵ ਦੱਤੀ ਜੀ, ਦਰਸ਼ਨ ਸੰਘਾ ਜੀ, ਗੁਰਦੀਪ ਲੋਪੋ ਜੀ, ਗੁਰਪ੍ਰੀਤ ਧਰਮਕੋਟ, ਧਾਮੀ ਗਿੱਲ, ਜੋਗਿੰਦਰ ਗਿੱਲ, ਕੁਲਵੰਤ ਸਿੰਘ ਜੀ, ਨਰਿੰਦਰ ਰੋਹੀ ਜੀ ਔਰ ਵਿਸ਼ੇਸ਼ ਤੌਰ ਤੇ ਸਾਡੇ 'ਚ ਪਹੁੰਚੇ ਨੇ ਸਾਡੇ ਮੋਗੇ ਦੇ ਪ੍ਰਸਿੱਧ ਚਿੱਤਰਕਾਰ ਰਣਜੀਤ ਸੋਹਲ ਜੀ। ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ। ਗੁਰਵੇਲ ਬੋਡੇ ਜੀ, ਸਾਡੇ ਸ਼੍ਰੋਮਣੀ ਸਾਹਿਤਕਾਰ, ਜਿਨ੍ਹਾਂ ਨੇ ਸਮਾਂ ਕੱਢਿਆ ਔਰ ਸਾਡੇ ਪ੍ਰੋਗਰਾਮ ਨੂੰ ਸਫਲ ਬਣਾਇਆ। ਸੋ ਇਹਨਾਂ ਸਾਰੇ ਅਦੀਬਾਂ ਦੀ ਹਾਜ਼ਰੀ ਨਾਲ ਸਾਡਾ ਜਿਹੜਾ ਅੱਜ ਦਾ ਸਮਾਗਮ ਹੈ ਹੋਰ ਸਜ ਗਿਆ, ਚਾਰ ਚੰਨ ਲੱਗ ਗਏ ਔਰ ਇਸ ਕਾਲਜ ਦੇ ਸਟਾਫ ਮੈਂਬਰਸ, ਅਧਿਆਪਕ ਸਾਹਿਬਾਨ, ਉਹਨਾਂ ਨੇ ਸਾਨੂੰ ਭਰਪੂਰ ਸਹਿਯੋਗ ਦਿੱਤਾ। ਖਾਸ ਕਰਕੇ ਗੁਰਪ੍ਰੀਤ ਘਾਲੀ ਜੀ, ਇੱਥੋਂ ਦੇ ਕੰਪਿਊਟਰ ਵਿਭਾਗ ਦੇ ਮੁਖੀ, ਉਹਨਾਂ ਨੇ ਬਹੁਤ ਜ਼ਿਆਦਾ ਸਾਨੂੰ ਸਹਿਯੋਗ ਦਿੱਤਾ। ਸਾਰਾ ਜਿਹੜਾ ਪ੍ਰਬੰਧ ਹੈਗਾ ਅੱਗੇ ਲੱਗ ਕੇ ਉਹਨਾਂ ਨੇ ਨਿਭਾਇਆ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਔਰ ਇਸ ਸੰਸਥਾ ਦਾ ਪ੍ਰਿੰਸੀਪਲ S.K. ਸ਼ਰਮਾ ਜੀ ਦਾ, ਕਿ ਜਿਨ੍ਹਾਂ ਨੇ ਆਪਣੇ ਇਸ ਖੂਬਸੂਰਤ ਸੈਮੀਨਾਰ ਹਾਲ ਵਿੱਚ ਸਾਨੂੰ ਇਹ ਸਮਾਗਮ ਆਯੋਜਿਤ ਕਰਨ ਦੀ ਆਗਿਆ ਦਿੱਤੀ। ਤੇ ਅਖੀਰ ਵਿੱਚ ਵਿਸ਼ੇਸ਼ ਤੌਰ ਤੇ ਅਮਰਜੀਤ ਘੋੜੀਆ ਜੀ ਦਾ ਮੈਂ ਜ਼ਰੂਰ ਧੰਨਵਾਦ ਕਰਨਾ ਚਾਹਾਂਗਾ ਕਿ ਜਿਨ੍ਹਾਂ ਨੇ ਇਸ ਸਾਰੇ ਸਮਾਗਮ ਦੀ ਕਵਰੇਜ ਬੜੀ ਮਤਲਬ ਸ਼ੌਂਕ ਦੇ ਨਾਲ ਕੀਤੀ ਹੈ। ਔਰ ਅਖੀਰ ਵਿੱਚ ਸਾਰੇ ਵਿਦਿਆਰਥੀ ਜਿਨ੍ਹਾਂ ਨੇ ਬੜੇ ਅਨੁਸ਼ਾਸਨ ਵਿੱਚ ਰਹਿ ਕੇ ਬੜੇ ਇਤਮੀਨਾਨ ਨਾਲ, ਹਿੰਮਤ ਨਾਲ ਇਸ ਪ੍ਰੋਗਰਾਮ 'ਚ ਹਾਜ਼ਰੀ ਦਿੱਤੀ, ਸਾਨੂੰ ਸਾਰਿਆਂ ਨੂੰ ਸੁਣਿਆ ਔਰ ਅਗਾਂਹ ਵੀ ਅਸੀਂ ਇੱਛਾ ਰੱਖਦੇ ਹਾਂ ਕਿ ਇੱਥੇ ਹੋਰ ਵੀ ਇਸ ਤਰ੍ਹਾਂ ਦੇ ਅੱਛੇ ਅੱਛੇ ਸਮਾਗਮ ਜਿਹੜੇ ਆ ਆਯੋਜਿਤ ਹੁੰਦੇ ਰਹਿਣ। ਸੋ ਅਸੀਂ ਚਾਹੁੰਦੇ ਹਾਂ ਕਿ ਵਿਦਿਆਰਥੀਆਂ ਦੇ ਵਿੱਚੋਂ ਚੰਗੇ ਪਾਠਕ ਪੈਦਾ ਕੀਤੇ ਜਾਣ, ਚੰਗੇ ਸਾਹਿਤਕਾਰ ਪੈਦਾ ਕੀਤੇ ਜਾਣ। ਸੋ ਇਸੇ ਤਰ੍ਹਾਂ ਅਸੀਂ ਮਿਲਦੇ ਰਹਾਂਗੇ। ਸੋ ਇੱਕ ਵਾਰ ਭਾਸ਼ਾ ਵਿਭਾਗ ਵੱਲੋਂ ਵਿਸ਼ੇਸ਼ ਤੌਰ ਤੇ ਸਾਰਿਆਂ ਨੂੰ ਜੀ ਆਇਆਂ ਨੂੰ, ਤੇ ਇੱਥੇ ਸ਼ਾਮਿਲ ਹੋਣ ਤੇ ਸਾਨੂੰ ਸਮਾਂ ਦੇਣ ਤੇ ਸਾਰਿਆਂ ਦਾ ਤੌਰ ਦਿਲੋਂ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਤੁਸਾਨ ਜੀ ਦੀ ਉਹ ਕਿਤਾਬਾਂ, 2 ਕਾਪੀਆਂ ਇਸ ਕਾਲਜ ਨੂੰ ਭੇਟ ਕਰਨਾ ਚਾਹੁੰਦੇ ਹਨ। ਗੁਰਪ੍ਰੀਤ ਜੀ ਨੂੰ ਮੈਂ ਕਹਿਣਾ ਕਿ ਪਲੀਜ਼ ਬੇਨਤੀ ਕਰਦਾ ਇਹਨਾਂ ਤੋਂ ਇਹ ਕਿਤਾਬਾਂ ਪ੍ਰਾਪਤ ਕਰਦਾ। ਅਲਵਿਦਾ ਲਫ਼ਜ਼ੋਂ ਕਿ ਹੁਣ ਕੁਝ ਆਖਣਾ ਬਣਦਾ ਨਹੀਂ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।